आप लेहो तुम कथा सुधारी। सतनाम श्री वाहिगुरु साहिब जी दोहरा। सुन सतगुर चित चौंप कर, है चाहत जिम आए। हृदय विचारत भे बहुत, किस प्रकार को ल्याए। वाहिगुरु जी का खालसा वाहिगुरु जी की फतेह। परम सन्मान जो गुरु की साजी नवाजी होई, गुरु खालसा साਧ ਸੰਗਤ ਜੀਓ। ਸਤਿਗੁਰਾਂ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਹਾਜ਼ਰੀਆਂ ਭਰ ਕੇ ਆਪ ਜੀ ਆਪਣੇ ਮਨੁੱਖਾ ਜੀਵਨ ਦੀਆਂ ਕੀਮਤੀ ਘੜੀਆਂ ਨੂੰ ਸਫਲਿਆਂ ਕਰ ਰਹੇ ਹੋ ਔਰ ਗੁਰੂ ਕੀ ਪਵਿੱਤਰ ਅੰਮ੍ਰਿਤਮਈ ਗੁਰਬਾਣੀ ਸੋਦਾ ਰਹਿਰਾਸ ਸਾਹਿਬ ਜੀ ਦੇ ਪਾਠ ਆਰਤੀ ਆਰਤੇ ਦੇ ਕੀਰਤਨ ਸਰਵਣ ਕੀਤੇ ਹਨ। ਸਤਿਗੁਰੂ ਸਾਹਿਬ ਛੇਵੇਂ ਪਾਤਸ਼ਾਹ ਮੀਰੀ ਪੀਰੀ ਦੇ ਮਾਲਕ ਦਲ ਭੰਜਨ ਗੁਰਸੂਰਮਾ ਬੜ ਜੋਧਾ ਬਹੁ ਪਰਉਪਕਾਰੀ ਸਤਿਗੁਰਾਂ ਦਾ ਪਾਵਨ ਇਤਿਹਾਸ ਆਪ ਜੀ ਰੋਜ਼ ਸਰਵਣ ਕਰਦੇ ਹੋ। ਬਾਦਸ਼ਾਹ ਸ਼ਾਹਜਹਾਨ ਦੇ ਸਮੇਂ ਸਤਿਗੁਰਾਂ ਦੇ 4 ਜੰਗ ਬਾਦਸ਼ਾਹ ਨਾਲ ਹੋਏ ਨੇ, ਕਿਉਂਕਿ ਇਹ ਸਦੀਆਂ ਤੋਂ ਲੋਕਾਂ 'ਤੇ ਜ਼ੁਲਮ ਕਰਦੇ ਸੀ, ਲੋਕਾਂ ਦਾ ਧਨ ਮਾਲ ਖੋਹ ਲੈਂਦੇ ਸੀ। ਕਿਸੇ ਦੇ ਘਰ ਚੰਗਾ ਪਸ਼ੂ ਹੋਵੇ ਉਹ ਨਹੀਂ ਰਹਿਣ ਦਿੰਦੇ, ਘੋੜਾ ਹੋਵੇ ਖੋਹ ਲੈਣਾ, ਕਿਸੇ ਕੋਲ ਮੱਝ ਗਾਂ ਚੰਗੀ ਹੋਣੀ ਉਹ ਖੋਹ ਲੈਣੀ, ਮਾਰ ਕੇ ਖਾ ਲੈਣੀ। ਕਿਸੇ ਦੇ ਘਰ ਵਿੱਚ ਧੀ ਭੈਣ ਕੋਈ ਚੰਗੀ ਸੁੰਦਰ ਹੋਵੇ ਉਹਨੂੰ ਵੀ ਚੁੱਕ ਕੇ ਲੈ ਜਾਣਾ। ਇੱਦਾਂ ਦੇ ਇਹ ਜ਼ੁਲਮ ਕਰਦੇ ਸਨ ਸਦੀਆਂ ਤੋਂ। ਇਹਨਾਂ ਜ਼ਾਲਮਾਂ ਨੂੰ ਵੰਗਾਰ ਪਾਉਣ ਵਾਸਤੇ ਸੂਰਬੀਰ ਵਰਿਆਮ ਯੋਧੇ ਸਤਿਗੁਰੂ ਛੇਵੇਂ ਪਾਤਸ਼ਾਹ ਜੀ ਪ੍ਰਗਟ ਹੋਏ ਅਤੇ ਸਤਿਗੁਰਾਂ ਦੀਆਂ 4 ਜੰਗਾਂ ਇਹਨਾਂ ਜ਼ਾਲਮ ਸਰਕਾਰਾਂ ਨਾਲ ਹੋਈਆਂ ਹਨ। ਜਦੋਂ ਸਤਿਗੁਰੂ ਜੀ ਦੇ ਸਿੱਖ ਤੋਂ ਘੋੜਾ ਖੋਹ ਲਿਆ ਸੀ ਅਤੇ ਸਤਿਗੁਰੂ ਜੀ ਨੇ ਆਪਣੀ ਕਲਾ ਵਰਤਾ ਕੇ ਉਹ ਘੋੜਾ ਮੰਗਵਾ ਲਿਆ ਸੀ। ਹੁਣ ਗੁਰੂ ਕੇ ਸਿੱਖ ਬਾਦਸ਼ਾਹ ਦੇ ਘੋੜੇ ਖੋਹਣ ਲੱਗੇ ਹੈ, ਕਿਉਂਕਿ ਜਿੰਨਾ ਚਿਰ ਨਿਉਂਦਾ ਕਤੀਆਂ ਦਾ 51 ਨਾ ਮੋੜੀਏ ਉਹਨਾਂ ਚਿਰ ਜ਼ਾਲਮ ਨੂੰ ਸਮਝ ਨਹੀਂ ਆਉਂਦੀ। ਉਹਨੂੰ ਸਮਝਾਉਣਾ ਪੈਂਦਾ, ਜਿਹੜੀ ਬੋਲੀ 'ਚ ਕੋਈ ਸਮਝੇ ਉਸੇ 'ਚ ਹੀ ਸਮਝਾਉਣਾ ਪੈਂਦਾ। ਛੇਵੇਂ ਪਾਤਸ਼ਾਹ ਮਹਾਰਾਜ ਨੇ ਦੇਖ ਤੇਗ ਦੇ ਧਨੀ ਮੀਰੀ ਪੀਰੀ ਦੇ ਮਾਲਕ ਬਣ ਕੇ ਜਿਹੋ ਜਿਹੀ ਬੋਲੀ ਜ਼ਾਲਮ ਸਮਝਦੇ ਸਨ ਉਹੋ ਜਿਹੀ ਸਮਝਾ ਦਿੱਤੀ। ਆਓ ਮੇਰੇ ਪਾਤਸ਼ਾਹ ਦਾ ਇਤਿਹਾਸ ਸਰਵਣ ਕਰੀਏ। ਹੁਣ ਘੋੜੇ ਮੰਗਾਉਣੇ ਨੇ ਲਾਹੌਰ ਦੇ ਕਿਲ੍ਹੇ 'ਚੋਂ। ਲਾਹੌਰ ਦਾ ਕਿਲ੍ਹਾ ਤੋੜਨਾ ਹੈ, ਇੱਕ ਤਰ੍ਹਾਂ ਨਾਲ ਕਿਲ੍ਹਾ ਤੋੜਨਾ ਹੁੰਦਾ ਵੀ ਉਹਦੇ ਵਿੱਚੋਂ ਕੋਈ ਚੀਜ਼ ਕੱਢ ਕੇ ਲਿਆਉਣੀ। ਕੰਮ ਬੜਾ ਔਖਾ ਹੈ, ਕਠਿਨ ਤੋਂ ਵੀ ਕਠਿਨ ਹੈ, ਕੋਈ ਸੁਪਨਾ ਵੀ ਨਹੀਂ ਲੈ ਸਕਦਾ ਉਸ ਕੰਮ ਦਾ। ਪਰ ਜਿਹਦੇ ਵੱਲ ਗੁਰੂ ਦੇ ਹੱਥ ਹੋਵੇ, ਜਾਮ ਗੁਰੂ ਹੋਏ ਵੱਲ ਧਨੈ ਕਿਆ ਗਰਵ ਦੀਜੈ, ਜਾਮ ਗੁਰੂ ਹੋਏ ਵੱਲ ਲੱਖ ਬਾਹੇ ਕਿਆ ਕੀਜੈ। ਆਓ ਮਹਾਰਾਜ ਦੀ ਕਥਾ ਸਰਵਣ ਕਰੀਏ, ਪ੍ਰੇਮ ਨਾਲ ਆਖੀਏ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਦੋਹਰਾ। ਸੁਨ ਸਤਿਗੁਰ ਚਿਤ ਚੌਂਪ ਕਰ, ਮਨ ਵਿੱਚ ਸਤਿਗੁਰੂ ਜੀ ਨੇ ਬੜੇ ਉਤਸ਼ਾਹ ਦੇ ਨਾਲ ਹੈ ਚਾਹਤ ਜਿਮ ਆਏ। ਵਿਚਾਰ ਕੀਤੀ ਵੀ ਘੋੜੇ ਵਾਪਸ ਮੰਗਾਣੇ ਹਨ। ਇੱਥੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਆਪਣੇ ਕੋਲ ਮੰਗਾਉਣਾ ਚਾਹੁੰਦੇ ਹਨ ਘੋੜਿਆਂ ਨੂੰ। ਹਿਰਦੇ ਵਿਚਾਰਤ ਭੇ ਬਹੁਤ, ਮਨ ਵਿੱਚ ਵਿਚਾਰ ਕੀਤੀ ਸਤਿਗੁਰੂ ਸਾਹਿਬ ਜੀ ਨੇ, ਕਿਸ ਪ੍ਰਕਾਰ ਕੋ ਲਿਆਏ। ਕਿਸ ਤਰ੍ਹਾਂ ਕੋਈ ਸੂਰਮਾ ਜਾ ਕੇ ਕਿਲੇ ਵਿੱਚੋਂ ਘੋੜੇ ਲੈ ਕੇ ਆਵੇ। ਚੌਪਈ ਧਨ ਖਰਚੈ ਜੇ ਤੋ ਮਨ ਭਾਵਤ, ਕਹਿੰਦੇ ਜੇ ਮਾਇਆ ਖਰਚ ਕੇ ਵੀ ਉਹ ਘੋੜੇ ਮਿਲਦੇ ਹੋਣ ਤਾਂ ਖਰਚ ਦਈਏ, ਮੋਲ ਦੀਏ ਸੋ ਹਾਸ ਨਾ ਆਵਤ। ਪਰ ਮੁੱਲ ਨਾਲ ਤੇ ਉਹ ਘੋੜੇ ਹੱਥ ਆਉਣੇ ਨਹੀਂ, ਕੀਮਤ ਦੇ ਨਾਲ ਨਹੀਂ ਮਿਲਣੇ। ਸ਼ਾਹੋ ਜਹਾਂ ਕੇ ਕਮੀ ਨ ਕਾਈ, ਕਿਉਂਕਿ ਬਾਦਸ਼ਾਹ ਨੇ ਉਹ ਘੋੜੇ ਵੇਚਣੇ ਨਹੀਂ, ਉਹਦੇ ਕੋਲ ਕਮੀ ਨਹੀਂ ਕਿਸੇ ਚੀਜ਼ ਦੀ। ਲਿਹ ਤੁਰੰਗ ਸੋ ਕਵਨ ਉਪਾਈ, ਕਿਸੇ ਉਪਾਅ ਨਾਲ ਹੀ ਉਹ ਕੱਢਣੇ ਪੈਣੇ ਉੱਥੋਂ ਘੋੜੇ। ਹੁਣ ਬਾਦਸ਼ਾਹ ਦੀ ਨੱਕ ਥੱਲੋਂ ਕੱਢ ਕੇ ਲਿਆਉਣੇ ਐ। ਅਤ ਪ੍ਰੇ ਰਖੈ ਤਕਰਾਈ, ਉਹ ਘੋੜੇ ਬਾਦਸ਼ਾਹ ਨੂੰ ਬਹੁਤ ਪਿਆਰੇ ਨੇ, ਇਸ ਕਰਕੇ ਆਪਣੀ ਨਿਗਾਹ ਥੱਲੇ ਬਹੁਤ ਸਖਤ ਪਹਿਰੇ ਵਿੱਚ ਰੱਖਦਾ ਹੈ। ਕੋਈ ਪੰਛੀ ਵੀ ਉੱਡ ਕੇ ਉਹਨਾਂ ਘੋੜਿਆਂ ਦੀ ਝਾਤ ਨਹੀਂ ਪਾ ਸਕਦਾ, ਇੰਨੀ ਨਿਗਰਾਨੀ ਹੇਠ ਉਹ ਘੋੜੇ ਰਹਿੰਦੇ ਹਨ। ਲੱਖੋਂ ਭੱਟ ਨਿਤ ਰਹਿਤ ਸਹਾਈ, ਹਜ਼ਾਰਾਂ ਲੱਖਾਂ ਸੂਰਮੇ ਫੌਜਾਂ ਛਾਉਣੀਆਂ ਪਾ ਕੇ ਬਾਦਸ਼ਾਹ ਦੇ ਆਲੇ ਦੁਆਲੇ ਬੈਠੀਆਂ ਲਾਹੌਰ ਦੇ। ਕੋਈ ਪੰਛੀ ਵੀ ਪਰ ਨਹੀਂ ਮਾਰ ਸਕਦਾ, ਕੋਈ ਪੱਤਾ ਨਹੀਂ ਹਿੱਲ ਸਕਦਾ ਉੱਥੇ,
ਜਿੱਥੇ ਉਹ ਘੋੜੇ ਹਨ। ਜੇ ਕਰ ਲੜੈ ਹਾਥ ਨਹਿ ਆਵਤ। ਜੇ ਜੰਗ ਕਰਕੇ ਵੀ ਲੈਣ ਜਾਈਏ ਤਾਂ ਵੀ ਜੰਗ ਕਰਕੇ ਇੰਨੀ ਫੌਜ ਵਿੱਚੋਂ ਘੋੜੇ ਲਿਆਣੇ ਮੁਸ਼ਕਲ ਹਨ। ਮਹਾ ਦੁਰਗ ਮਹਿ ਤਿਨਹਿ ਰਖਾਵਤ। ਜਿਸ ਵੱਡੇ ਲਾਹੌਰ ਦੇ ਕਿਲੇ 'ਚ ਬਾਦਸ਼ਾਹ ਨੇ ਇਹਨਾਂ ਘੋੜਿਆਂ ਨੂੰ ਨਜ਼ਰਬੰਦ ਕੀਤਾ, ਆਪਣੀ ਨਿਗਾਹ ਥੱਲੇ ਰੱਖਿਆ ਹੈ, ਉੱਥੇ ਉਸ ਕਿਲੇ ਦੀ ਦੀਵਾਰ 50-60 ਫੁੱਟ ਉੱਚੀ ਹੈ। ਰਾਵੀ ਦਰਿਆ ਲਾਗੇ ਵਗਦਾ ਹੈ। ਇੰਨੀ ਉੱਚੇ ਕਿਲੇ ਵਿੱਚੋਂ ਘੋੜਾ ਲਿਆਣਾ ਜੰਗ ਕਰਕੇ ਵੀ ਮੁਸ਼ਕਲ ਹੈ। ਸਭਾ ਬਿਖੈ ਗੁਰ ਬਾਤ ਅਲਾਈ। ਤੇ ਇਸ ਤਰ੍ਹਾਂ ਸੂਰਬੀਰ ਯੋਧਿਆਂ ਦੀ ਸਭਾ ਲੱਗੀ ਹੋਈ ਸੀ, ਸਾਰੇ ਸੂਰਮੇ ਬੈਠੇ ਸਨ ਤੇ ਸਤਿਗੁਰਾਂ ਨੇ ਸੂਰਮਿਆਂ ਦੀ ਸਭਾ ਵਿੱਚ ਗੱਲ ਸ਼ੁਰੂ ਕੀਤੀ। ਹਇਨ ਪ੍ਰਸ਼ੰਸਾ ਅਦਕ ਸੁਨਾਈ। ਮਹਾਰਾਜ ਕਹਿੰਦੇ ਘੋੜੇ ਬੜੇ ਸੁੰਦਰ ਹਨ, ਸੋਹਣੇ, ਬੜੀ ਪ੍ਰਸ਼ੰਸਾ ਸੁਣੀ ਹੈ ਸਿੱਖਾਂ ਤੋਂ ਉਹਨਾਂ ਘੋੜਿਆਂ ਦੀ। ਕਿਮ ਦੇਖਨ ਮੈਂ ਆਏ ਹਮਾਰੇ। ਉਹ ਘੋੜੇ ਸਾਡੇ ਨਿਗਾਹ ਵਿੱਚ ਕਿਵੇਂ ਆਉਣਗੇ, ਭਾਵ ਸਾਡੇ ਕੋਲ ਕਿਵੇਂ ਪਹੁੰਚਣਗੇ। ਸੁਮਤਵੰਤ ਸਭ ਕਰੋ ਵਿਚਾਰੇ। ਤੁਸੀਂ ਬਈ ਸਾਰੇ ਸਿਆਣੇ ਹੋ, ਸੂਰਬੀਰ ਯੋਧੇ ਹੋ, ਦੱਸੋ ਕਿਸ ਤਰ੍ਹਾਂ ਲਿਆਈਏ ਘੋੜਿਆਂ ਨੂੰ। ਚਿਤ ਹੈ ਜਤਨ ਅਨੇਕ ਪ੍ਰਕਾਰੀ। ਸਾਰੇ ਸਿੱਖ ਸੋਚਣ ਲੱਗ ਪਏ, ਵਿਚਾਰਾਂ ਕਰਨ ਲੱਗ ਪਏ ਵੀ ਬਾਦਸ਼ਾਹ ਦੇ ਕਿਲੇ ਵਿੱਚੋਂ ਘੋੜੇ ਕੱਢ ਕੇ ਲਿਆਉਣੇ ਇਸ ਤਰ੍ਹਾਂ ਹੈ ਜਿਵੇਂ ਸ਼ੇਰ ਦੀ ਜਾੜ ਚੋਂ ਮਾਸ ਕੱਢਣਾ ਹੋਵੇ। ਔਖਾ ਕੰਮ ਹੈ ਬਹੁਤ, ਕੋਈ ਤਰੀਕਾ ਸੋਚਣਾ ਪਵੇਗਾ। ਤਬ ਇੱਕ ਸਿੱਖ ਨੇ ਗਿਰਾ ਉਚਾਰੀ। ਤਾਂ ਉਸ ਵੇਲੇ ਕੋਲ ਬੈਠੇ ਇੱਕ ਗੁਰਸਿੱਖ ਨੇ ਹੱਥ ਜੋੜ ਕੇ ਬੇਨਤੀ ਕੀਤੀ, ਮਹਾਰਾਜ ਤੁਮ ਸਮਤ ਨਿਧਾਨੇ। ਇਹ ਸੱਚੇ ਪਾਤਸ਼ਾਹ ਗਰੀਬ ਨਵਾਜ, ਆਪ ਜੀ ਵਿਦਿਆ ਦੇ ਸੁਮਤੀ ਦੇ ਖਜ਼ਾਨੇ ਹੋ। ਜਿੰਨੇ ਆਪ ਜੀ ਸਿਆਣੇ ਹੋਏ ਸੰਸਾਰ ਵਿੱਚ ਕੋਈ ਸਿਆਣਾ ਹੋ ਨਹੀਂ ਸਕਦਾ। ਹਾਂਜੀ, ਅਗਰ ਆਪ ਕੇ ਕੌਣ ਬਖਾਨੇ। ਆਪ ਜੀ ਦੇ ਸਾਹਮਣੇ ਬੋਲਣਾ ਵੀ ਮਹਾਰਾਜ ਬੜੀ ਵੱਡੀ ਗੁਸਤਾਖੀ ਹੈ। ਆਪ ਜੀ ਜਾਣੀ ਜਾਣ ਹੋ, ਜਾਣੀ ਜਾਣ ਨੂੰ ਭਲਾ ਅਸੀਂ ਲੋਕ ਕੀ ਸਲਾਹਾਂ ਦੇ ਸਕਦੇ ਹਾਂ। ਤਉ ਦੇਖੀਐ ਭਲੇ ਵਿਚਾਰ। ਫਿਰ ਵੀ ਸੱਚੇ ਪਾਤਸ਼ਾਹ ਜੀ ਆਪ ਵਿਚਾਰ ਕੇ ਦੇਖੋ, ਇਹ ਕੰਮ ਬੜਾ ਔਖਾ, ਬੜਾ ਕਠਿਨ ਹੈ। ਹੋਏ ਨਾ ਬਿਨ ਵਿਧੀਏ ਨਿਰਧਾਰ। ਇਹ ਭਾਈ ਬਿਧੀ ਚੰਦ ਜੀ ਤੋਂ ਬਿਨਾਂ ਨਹੀਂ ਹੋ ਸਕਦਾ। ਭਾਈ ਬਿਧੀ ਚੰਦ ਜਿਹੜੇ ਹਨ ਉਹ ਇਸ ਕੰਮ ਨੂੰ ਸਿਰੇ ਚਾੜ ਸਕਦੇ ਹੈ, ਇਸ ਕੰਮ ਨੂੰ ਅੰਜਾਮ ਦੇ ਸਕਦੇ ਹੈ। ਬਿਧੀ ਚੰਦ ਤੋਂ ਬਿਨਾਂ ਦੂਸਰਾ ਕੋਈ ਇਹੋ ਜਿਹਾ ਨਹੀਂ ਜਿਹੜਾ ਇਹ ਕੰਮ ਸਿਰੇ ਚਾੜ ਦਵੇ। ਤੁਮ ਸਹਾਇਤਾ ਪਾਏ ਸੋ ਲਿਆਵਹਿ। ਆਪ ਜੀ ਦੀ ਕਿਰਪਾ ਹੋ ਜਾਵੇ, ਆਪ ਜੀ ਆਤਮਿਕ ਤੌਰ ਤੇ ਭਾਈ ਬਿਧੀ ਚੰਦ ਦੀ ਸਹਾਇਤਾ ਕਰੋ, ਸਿਰ ਤੇ ਮੇਰਾ ਭਰਿਆ ਹੱਥ ਰੱਖੋ, ਤਾਂ ਭਾਈ ਬਿਧੀ ਚੰਦ ਲਾਹੌਰ ਦੇ ਕਿਲੇ ਚੋਂ ਘੋੜੇ ਲਿਆ ਸਕਦੇ ਹਨ। ਅਪਰ ਉਪਾਏ ਨਹੀਂ ਕਿਮ ਆਵਹਿ। ਹੋਰ ਕਿਸੇ ਉਪਾਅ ਨਾਲ, ਕਿਸੇ ਹੀਲੇ ਵਸੀਲੇ ਨਾਲ ਘੋੜੇ ਨਹੀਂ ਆ ਸਕਦੇ, ਕਿਉਂਕਿ ਬਾਦਸ਼ਾਹ ਨੇ ਘੋੜੇ ਆਪਣੀ ਨਿਗਰਾਨੀ ਚ ਕਰ ਲਏ ਹਨ। ਜਿਸ ਬਿਦ ਕੀ ਬੁੱਧ ਇਸ ਮਹਿ ਅਹੈ। ਇਹ ਸੱਚੇ ਪਾਤਸ਼ਾਹ ਜਿੰਨਾ ਸਿਆਣਾ ਬਿਧੀ ਚੰਦ ਹੈ, ਜਿੰਨੀਆਂ ਵਿਧੀਆਂ ਬਿਧੀ ਚੰਦ ਬਣਾ ਸਕਦਾ, ਹੋਰ ਨਹੀਂ ਕੋਈ ਬਣਾ ਸਕਦਾ। ਸਕਲ ਜਗਤ ਨਰ ਦੁਸ਼ਕਰ ਲਹੈ। ਸੰਸਾਰ ਵਿੱਚ ਇੰਨੀ ਬੁੱਧੀ, ਇਤਨੀ ਚੰਚਲ ਤੇਜ ਬੁੱਧੀ ਉਹ ਹੋਰ ਕਿਸੇ ਨੂੰ ਰੱਬ ਨੇ ਦਿੱਤੀ ਨਹੀਂ। ਸਾਰੇ ਸੰਸਾਰ ਵਿੱਚ ਬਿਧੀ ਚੰਦ ਦਾ ਪਹਿਲਾ ਨੰਬਰ ਹੈ। ਜਿਮ ਤਿਨ ਹਯਨ ਸਮਾਨ ਨਾ ਹੋਈ। ਇਹ ਸੱਚੇ ਪਾਤਸ਼ਾਹ ਜੀ ਜਿਵੇਂ ਕਹਿੰਦੇ ਉਹਨਾਂ ਘੋੜਿਆਂ ਵਰਗਾ ਘੋੜਾ ਕੋਈ ਨਹੀਂ, ਉਹ ਬੜੇ ਸੋਹਣੇ ਹਨ, ਦਿਲਬਾਗ ਤੇ ਗੁਲਬਾਗ। ਤਿਮ ਲਿਆਵਨ ਐਸਾ ਮਨ ਹੈ ਕੋਈ। ਇਸੇ ਤਰ੍ਹਾਂ ਮਹਾਰਾਜ ਬਿਧੀ ਚੰਦ ਵਰਗਾ ਲਿਆਉਣ ਵਾਲਾ ਵੀ ਕੋਈ ਨਹੀਂ। ਜਿੰਨੇ ਉਹ ਘੋੜੇ ਸੋਹਣੇ ਨੇ ਉਹਨਾਂ ਦੀ ਮਿਸਾਲ ਕੋਈ ਨਹੀਂ, ਤੇ ਫਿਰ ਘੋੜੇ ਕੱਢ ਕੇ ਲਿਆਉਣ ਵਿੱਚ ਬਿਧੀ ਚੰਦ ਦੀ ਵੀ ਮਿਸਾਲ ਹੋਰ ਕਿਤੋਂ ਨਹੀਂ ਮਿਲਣੀ। ਤੁਮ ਸਮ ਨਹੀਂ ਸਹਾਇਕ ਦੂਆ। ਤੇ ਮਹਾਰਾਜ ਤੁਹਾਡੇ ਵਰਗਾ ਮਦਦਗਾਰ ਕੋਈ ਨਹੀਂ, ਘੋੜਿਆਂ ਵਰਗਾ ਸੋਹਣਾ ਘੋੜਾ ਕੋਈ ਨਹੀਂ ਦੁਨੀਆ ਤੇ, ਜਿਹੜੇ ਲਿਆਉਣੇ ਨੇ। ਤੇ ਲਿਆਉਣ ਵਾਲਿਆਂ 'ਚ ਬਿਧੀ ਚੰਦ ਦਾ ਸ਼ਾਨੀ ਕੋਈ ਨਹੀਂ ਕੋਈ, ਤੇ ਬਿਧੀ ਚੰਦ ਦੀ ਸਹਾਇਤਾ ਕਰਨ ਵਾਲਾ ਤੁਹਾਡੇ ਵਰਗਾ ਵੀ ਕੋਈ ਨਹੀਂ। ਜੋ ਚਾਹੋ ਕਰਵਾ ਸਕਦੇ ਹੋ ਸੱਚੇ ਪਾਤਸ਼ਾਹ ਜੀ ਤੁਸੀਂ। ਤਿੰਨੋ ਮੇਲ ਏਕ ਸਮ ਹੁਆ। ਤਿੰਨਾਂ ਦਾ ਮੇਲ ਹੈ, ਘੋੜੇ ਵੀ ਬੇਮਿਸਾਲ ਨੇ ਤੇ ਬਿਧੀ ਚੰਦ ਵੀ ਬੇਮਿਸਾਲ ਹੈ, ਤੇ ਸੱਚੇ ਪਾਤਸ਼ਾਹ ਤੁਸੀਂ ਬੇਮਿਸਾਲਾਂ ਤੋਂ ਵੀ ਬੇਮਿਸਾਲ ਹੋ। ਜੇ ਕਰ ਲਿਆਵਾ ਹੈ ਬਲ ਭਾਰੀ। ਜੇ ਤੁਹਾਡੀ ਕਿਰਪਾ ਨਾਲ ਉਹ ਬਲੀ ਘੋੜੇ ਭਾਈ ਬਿਧੀ ਚੰਦ ਲੈ ਆਵੇ, ਅਚਰਜ ਬਿਥਰ ਹੈ ਜਗਤ ਮਝਾਰੀ। ਤਾਂ ਫਿਰ ਸਾਰੇ ਸੰਸਾਰ ਦੇ ਵਿੱਚ ਇੱਕ ਕਥਾ ਬੜੀ ਅਸਚਰਜ ਹੋਵੇਗੀ, ਇਹਦੀ ਕੋਈ ਮਿਸਾਲ ਨਹੀਂ ਹੋਵੇਗੀ। ਇਹ ਦੁਨੀਆ ਦਾ ਇੱਕ ਵਿਲੱਖਣ ਕੌਤਕ ਹੋਵੇਗਾ
ਜਿਹਨੂੰ ਦੇਖ ਕੇ ਦੁਨੀਆ ਮੂੰਹ ਚੁੰਗਲਾਂ ਪਾਵੇਗੀ। ਦੰਗ ਰਹਿ ਜਾਣਗੇ ਲੋਕ ਜਿਹੜੇ ਜ਼ਾਲਮ ਲੋਕਾਂ 'ਤੇ ਜ਼ਬਰ ਕਰਦੇ ਨੇ, ਆਪਣੇ ਆਪ ਨੂੰ ਸਭ ਤੋਂ ਵੱਡਾ ਮੰਨਦੇ ਨੇ, ਉਹਨਾਂ ਦੀ ਨੱਕ ਵੱਢੀ ਜਾਏਗੀ। ਸੁਨ ਗੁਰ ਵਿਧੀਏ ਔਰ ਨਿਹਾਰਾ। ਸਿੱਖ ਦੀ ਬੇਨਤੀ ਸੁਣ ਕੇ ਸੱਚੇ ਪਾਤਸ਼ਾਹ ਅੰਤਰਜਾਮੀ ਗੁਰੂ ਹਰਗੋਬਿੰਦ ਸਾਹਿਬ ਜੀ ਭਾਈ ਬਿਧੀ ਚੰਦ ਵੱਲ ਵੇਖਿਆ। ਹਏ ਗੁਣ ਸੁਨ ਮਨ ਹਰਿਓ ਹਮਾਰਾ। ਕਹਿੰਦੇ ਭਾਈ ਬਿਧੀ ਚੰਦ ਘੋੜਿਆਂ ਦੀਆਂ ਬੜੀਆਂ ਸਿਫਤਾਂ ਸੁਣੀਆਂ ਨੇ। ਕਹਿੰਦੇ ਦਿਲਬਾਗ ਤੇ ਗੁਲਬਾਗ ਬੜੇ ਸੋਹਣੇ ਨੇ, ਸਾਡਾ ਮਨ ਕਰਦਾ ਵੇਖੀਏ ਉਹਨਾਂ ਨੂੰ। ਜਿਉਂ ਕਿਉਂ ਕਰੋ ਦਿਖਾਵਨ ਸੋਈ। ਹੁਣ ਭਾਈ ਬਿਧੀ ਚੰਦ ਜੀ, ਇਹ ਤੁਹਾਡੀ ਡਿਊਟੀ ਹੈ, ਜਿਵੇਂ ਕਿਵੇਂ ਘੋੜੇ ਲਿਆ ਕੇ ਸਾਨੂੰ ਵਿਖਾਓ। ਤੋ ਸਮਾਨ ਦੂਸਰ ਨਹ ਕੋਈ। ਕਿਉਂਕਿ ਬਿਧੀ ਚੰਦ ਤੇਰੇ ਵਰਗਾ ਸੂਰਮਾ ਧਰਤੀ ਤੇ ਹੋਰ ਕੋਈ ਨਹੀਂ ਇਸ ਕੰਮ ਨੂੰ ਅੰਜਾਮ ਦੇ ਸਕਣ ਵਾਲਾ। ਇਹੋ ਕਾਰਜ ਤੁਝ ਤੇ ਬਨ ਆਵੈ। ਇਹ ਭਾਈ ਬਿਧੀ ਚੰਦ ਜੀ ਕੰਮ ਤੁਸੀਂ ਹੀ ਕਰ ਸਕਦੇ ਹੋ, ਕਿਉਂਕਿ ਹਰ ਜਿਸ ਕਾ ਕਾਮ ਉਸੀ ਕੋ ਸਾਜੇ। ਭਾਈ ਗੁਰਦਾਸ ਜੀ ਕਹਿੰਦੇ ਰਾਗ ਜਾਤ ਰਾਗੀ ਜਨ ਹੈ, ਬੈਰਾਗਾ ਬੈਰਾਗੀ ਜਨ। ਰਾਗ ਦਾ ਪਤਾ ਰਾਗੀਆਂ ਨੂੰ ਤੇ ਬੈਰਾਗ ਦਾ ਪਤਾ ਬੈਰਾਗੀਆਂ ਨੂੰ, ਸੂਰਮਗਤੀ ਦਾ ਪਤਾ ਸੂਰਮਿਆਂ ਨੂੰ ਹੁੰਦਾ। ਤੇ ਜਿਹੜਾ ਕੰਮ ਕਿਸੇ ਨੇ ਕੀਤਾ ਹੀ ਨਹੀਂ ਉਹਨੂੰ ਕਹਿ ਦਈਏ ਵੀ ਆਹ ਕੰਮ ਤੂੰ ਕਰ, ਉਹ ਵਿਚਾਰੇ ਨੂੰ ਕੀ ਪਤਾ, ਥੋੜਾ ਕਰ ਸਕਦਾ। ਹੁਣ ਸਾਧ ਸੰਗਤ ਜੀ ਕਥਾ ਕਰਨੀ ਹੋਵੇ ਤੇ ਮਾਤੜਾਂ ਨੂੰ ਜਿੰਨੀ ਮਰਜ਼ੀ ਕਰਾ ਲਓ, ਤੇ ਜੇ ਸਾਨੂੰ ਕਹੋ ਵੀ ਹਾਥੀ ਦੇ ਮੱਥੇ 'ਚ ਬਰਛਾ ਮਾਰਨਾ, ਉਹ ਥੋੜਾ ਅਸੀਂ ਮਾਰ ਲੈਣਾ। ਹਰ ਕੰਮ ਆਪੋ ਆਪਣਾ ਹੈ। ਜਿਹਦੇ ਕੋਲੋਂ ਸਤਿਗੁਰੂ ਨੇ ਕਰਾਉਣਾ ਉਹਦੇ ਕੋਲੋਂ ਉਸੇ ਢੰਗ ਨਾਲ ਕਰਾਉਣਾ। ਸੋ ਬਿਧੀ ਚੰਦ ਨੂੰ ਬਖਸ਼ਿਸ਼ ਸੀ। ਜਦੋਂ ਮਹਾਰਾਜ ਪੰਜਵੇਂ ਪਾਤਸ਼ਾਹ ਕੋਲ ਬਿਧੀ ਚੰਦ ਜੀ ਆਏ, ਉਦੋਂ 24 ਸਾਲ ਦੀ ਉਮਰ ਸੀ ਇਹਨਾਂ ਦੀ, ਤੇ ਆਪਣੇ ਨਾਨਕੇ ਪਿੰਡੋਂ ਹੀ ਮੱਝਾਂ ਕੱਢ ਲਈਆਂ ਸਨ, ਸਰਾਲੀ ਤੋਂ ਹੀ। ਉੱਥੋਂ ਮੱਝਾਂ ਕੱਢ ਕੇ ਤੇ ਜਦੋਂ ਤੁਰੇ ਪਿੱਛੋਂ ਬਾਹਰ ਲੱਗ ਗਈ, ਰਾਤ ਦਾ ਟਾਈਮ, ਚੋਰ ਸਮਝ ਕੇ ਲੋਕ ਪਿੱਛੇ ਡਾਂਗਾਂ ਸੋਟੇ ਲੈ ਕੇ ਪੈ ਗਏ। ਤੇ ਜਿੱਥੇ ਬਾਬਾ ਅਦਲੀ ਸਾਹਿਬ ਜੀ ਸਰਾਲੀ ਦੇ ਚੋਲਾ ਸਾਹਿਬ ਦੇ ਵਿਚਕਾਰ ਕਰਕੇ ਉਹ ਜਗ੍ਹਾ ਹੈ, ਦਾਸ ਨੇ ਦਰਸ਼ਨ ਕੀਤੇ। ਹੁਣ ਤੇ ਬਾਬਾ ਬਿਸ਼ਨ ਸਿੰਘ ਜੀ, ਬਾਬੇ ਬਕਾਲੇ ਵਾਲੇ ਮਹਾਂਪੁਰਸ਼ਾਂ ਨੇ, ਤਰਨੇ ਦਲ ਦੇ ਮੁਖੀ, ਉਹਨਾਂ ਨੇ ਸਰੋਵਰ ਵੀ ਪੱਕਾ ਬਣਾਤਾ, ਗੁਰਦੁਆਰਾ ਵੀ ਸੁੰਦਰ ਪੱਕਾ ਬਣ ਗਿਆ। ਪਹਿਲਾਂ ਕੱਚਾ ਸਰੋਵਰ ਹੁੰਦਾ ਸੀਗਾ, ਉਸ ਦੇ ਵਿੱਚ ਮੱਝਾਂ ਵਾੜ ਦਿੱਤੀਆਂ ਤੇ ਬਾਬਾ ਅਦਲੀ ਜੀ ਨੂੰ ਕਿਹਾ ਵੀ ਮਹਾਰਾਜ ਮੇਰੀ ਜਾਨ ਬਚਾਓ, ਪਿੰਡ ਦੇ ਲੋਕ ਮੈਨੂੰ ਮਾਰ ਦੇਣਗੇ। ਬਾਬਾ ਜੀ ਕਹਿੰਦੇ ਮੇਰੇ ਕੋਲ ਬਹਿ ਜਾ ਤੇ ਵਾਹਿਗੁਰੂ ਵਾਹਿਗੁਰੂ ਜਪੀ ਜਾ। ਜਦੋਂ ਪਿੰਡ ਵਾਲੇ ਆਏ, ਕਹਿੰਦੇ ਬਾਬਾ ਅਦਲੀ ਜੀ ਇੱਥੇ ਤੁਸੀਂ ਕੋਈ ਚੋਰ ਤਾਂ ਨਹੀਂ ਵੇਖਿਆ? ਉਹ ਕਹਿੰਦੇ ਭਾਈ ਜੋ ਕੁਝ ਹੈ ਤੁਹਾਡੇ ਸਾਹਮਣੇ, ਆਪੇ ਵੇਖ ਲਓ। ਨਾ ਉਹਨਾਂ ਨੂੰ ਬਿਧੀ ਚੰਦ ਦਿਸਿਆ ਤੇ ਨਾ ਮੱਝਾਂ ਪਛਾਣੀਆਂ ਗਈਆਂ, ਕਿਉਂਕਿ ਜਿਹੜੀਆਂ ਕਾਲੀਆਂ ਸੀ ਉਹ ਬੂਰੀਆਂ, ਜਿਹੜੀਆਂ ਬੂਰੀਆਂ ਉਹ ਕਾਲੀਆਂ। ਜਿਨ੍ਹਾਂ ਦੇ ਖੁੰਡੇ ਸਿੰਘ ਸੀ ਉਹਨਾਂ ਦੇ ਲੰਮੇ, ਜਿਨ੍ਹਾਂ ਦੇ ਲੰਮੇ ਸੀ ਖੁੰਡੇ। ਕਹਿੰਦੇ ਸਾਡੀਆਂ ਮੱਝਾਂ ਵੀ ਕੋਈ ਨਹੀਂ ਬੰਦਾ ਇੱਥੇ ਉਹ ਵਾਪਸ ਚਲੇ ਗਏ। ਬਾਬਾ ਬਿਧੀ ਚੰਦ ਜੀ ਪੈਰ ਫੜ ਲਏ, ਕਹਿੰਦੇ ਮਹਾਂਪੁਰਸ਼ੋ ਹੁਣ ਮੈਂ ਸਾਰੀ ਜ਼ਿੰਦਗੀ ਤੁਹਾਡੇ ਚਰਨਾਂ 'ਚ ਰਵਾਂਗਾ, ਮੈਨੂੰ ਆਪਣਾ ਸਿੱਖ ਬਣਾ ਲਓ। ਬਾਬਾ ਅਦਲੀ ਜੀ ਕਹਿੰਦੇ ਮੈਂ ਤੇ ਆਪ ਅਜੇ ਸਿੱਖ ਬਣ ਰਿਹਾ। ਸਿੱਖ ਬਣਾਉਣ ਵਾਲੇ ਸਤਿਗੁਰੂ ਪੂਰੇ ਪੰਜਵੇਂ ਪਾਤਸ਼ਾਹ, ਚਲੋ ਉਹਨਾਂ ਦੇ ਚਰਨਾਂ 'ਚ। ਭਾਈ ਬਿਧੀ ਚੰਦ ਨੂੰ ਲੈ ਕੇ ਬਾਬਾ ਅਦਲੀ ਜੀ ਗੁਰੂ ਅਰਜਨ ਸਾਹਿਬ ਦੇ ਚਰਨਾਂ 'ਚ ਆਏ, ਮੱਥਾ ਟੇਕਿਆ। ਸਤਿਗੁਰੂ ਜੀ ਨੇ ਵੇਖਿਆ 6.5 ਫੁੱਟ ਲੰਮਾ, ਬੜਾ ਸੋਹਣਾ ਸੁਨੱਖਾ ਨੌਜਵਾਨ। ਜਾਣੀ ਜਾਣ ਸਤਿਗੁਰੂ ਕਹਿੰਦੇ ਕਾਕਾ ਸਿੱਖ ਬਣਨ ਆਇਆ, ਕੰਮ ਕੀ ਕਰਦਾ? ਕਹਿੰਦਾ ਜੀ ਚੋਰੀ ਕਰੀ ਦੀ। ਸੱਚੇ ਪਾਤਸ਼ਾਹ ਕਹਿੰਦੇ ਫਿਰ ਚੋਰ ਨੂੰ ਤੇ ਅਸੀਂ ਸਿੱਖ ਨਹੀਂ ਨਾ ਬਣਾ ਸਕਦੇ, ਚੋਰੀ ਛੱਡ ਦੇ। ਕਹਿੰਦਾ ਮੈਂ ਵਾਅਦਾ ਨਹੀਂ ਕਰਦਾ ਮਹਾਰਾਜ, ਮੈਂ ਕਹਿ ਦਿਆਂ ਵੀ ਛੱਡ ਦਿਆਂਗਾ। ਜਿਹੜੀ ਚੀਜ਼ ਹੱਡਾਂ 'ਚ ਰਚੀ ਹੋਵੇ ਨਾ, ਆਦਤਾਂ ਨਹੀਂ ਜਾਂਦੀਆਂ ਹੁੰਦੀਆਂ, ਤੇ ਮੈਨੂੰ ਚੋਰੀ ਤੁਸੀਂ ਛਡਾ ਲਓਗੇ ਤੇ ਮੈਂ ਛੱਡ ਦਿਆਂਗਾ, ਮੇਰੇ ਕੋਲੋਂ ਨਹੀਂ ਛੱਡੀ ਜਾਣੀ। ਸਤਿਗੁਰੂ ਕਹਿੰਦੇ ਸੱਚ ਬੋਲਿਆ। ਪਾਤਸ਼ਾਹ ਕਹਿੰਦੇ ਸਿੱਖ ਵੀ ਬਣੇਗਾ ਤੇ ਲੋੜ ਪਿਆ ਤੂੰ ਗੁਰੂ ਘਰ ਦਾ ਚੋਰ ਸਿੱਖ ਵੀ ਹੋਵੇਂਗਾ। ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਸੇਵਾ ਕਰਿਆ ਕਰਦੇ, ਮਹਾਰਾਜ ਦੀ ਬਾਣੀ ਲਿਖਦੇ, ਕੀਰਤਨ ਕਰਦੇ, ਬੜੇ ਗੁਣੀ ਮਹਾਂਪੁਰਸ਼, ਬ੍ਰਹਮ ਗਿਆਨ ਦੀ ਪਦਵੀ ਤੇ ਪਹੁੰਚੇ ਭਾਈ ਬਿਧੀ ਚੰਦ ਜੀ। ਚੌਥਾ ਪਦ ਤੁਰੀਆ ਅਵਸਥਾ ਜਿਹਨੂੰ ਕਹਿੰਦੇ, ਉੱਥੇ ਪਹੁੰਚੇ। ਮਹਾਰਾਜ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਉਹਨਾਂ ਨੇ ਬਿਲਾਵਲ ਰਾਗ ਤੱਕ ਲਿਖੇ ਹੈ, ਜਿਹੜੇ ਅੱਜ ਕੱਲ੍ਹ ਵੀ ਬਾਬਾ ਜੀ ਦੇ ਪਰਿਵਾਰ ਵਿੱਚ ਮੌਜੂਦ ਨੇ। ਬਾਣੀ ਵਿੱਚ ਰੱਤੇ ਗਏ, ਜੋਤ ਪ੍ਰਕਾਸ਼ ਹੋ ਗਈ। ਪਰ ਸੇਵਾ ਕਰਦਿਆਂ ਕਰਦਿਆਂ ਜੋੜੇ ਸੰਗਤ ਦੇ ਚੁੱਕ ਕੇ ਇੱਧਰ ਰੱਖ ਦਿੰਦੇ, ਇੱਧਰੋਂ ਚੁੱਕ ਕੇ ਉੱਧਰ ਰੱਖ ਦਿੰਦੇ। ਕਈ ਵਾਰੀ ਸੰਗਤਾਂ ਨੇ ਸ਼ਿਕਾਇਤ ਕਰਨੀ, ਕਹਿੰਦੇ ਮਹਾਰਾਜ ਭਾਈ ਸਾਹਿਬ ਜੋੜਿਆਂ ਦੀ ਸੇਵਾ ਕਰਦੇ, ਜੋੜੇ ਅੱਗੇ ਪਿੱਛੇ ਕਰ ਦਿੰਦੇ ਆ, ਚੁੱਕਦੇ ਨਹੀਂ, ਉੱਥੇ ਹੀ ਅੱਗੇ ਪਿੱਛੇ ਕਰੀ ਜਾਂਦੇ। ਮਹਾਰਾਜ ਕਹਿੰਦੇ ਕਿਉਂ ਭਾਈ ਸਾਹਿਬ ਇਹ ਕਿਉਂ ਕਰਦੇ ਹੋ? ਕਹਿੰਦੇ ਮਹਾਰਾਜ ਆਦਤ ਬਣਾ ਕੇ ਰੱਖਣੀ ਚਾਹੀਦੀ, ਕਦੀ ਲੋੜ ਪੈ ਜਾਂਦੀ।
ਤੇ ਚੋਰ ਚੋਰੀ ਛੱਡ ਦਿੰਦਾ, ਪਰ ਹੇਰਾ ਫੇਰੀ ਨਹੀਂ ਕਹਿੰਦੇ ਛੱਡਦਾ। ਸੋ ਇਹ ਭਾਈ ਸਾਹਿਬ ਦੀ ਬਿਰਤੀ ਇਹੋ ਜਿਹੀ ਸੀ, ਇਸ ਕਰਕੇ ਸਿੱਖ ਨੇ ਵੀ ਚੁਣ ਕੇ ਨਾਂ ਲਿਆ। ਉਹ ਕਹਿੰਦੇ ਇਹ ਕੰਮ ਭਾਈ ਬਿਧੀ ਚੰਦ ਹੀ ਕਰ ਸਕਦਾ, ਲਾਹੌਰ ਦੇ ਕਿਲੇ 'ਚੋਂ ਘੋੜੇ ਲਿਆਉਣ ਵਾਲਾ। ਵਿਧੀ ਚੰਦ ਕਰ ਜੋਰ ਅਲਾਵੈ, ਤੇ ਭਾਈ ਬਿਧੀ ਚੰਦ ਨੇ ਹੱਥ ਜੋੜ ਲਏ ਤੇ ਬੇਨਤੀ ਕੀਤੀ, ਕਾਰਜ ਕਠਨ ਜਸਾ ਤੁਮ ਜਾਨੋ। ਇਹ ਸੱਚੇ ਪਾਤਸ਼ਾਹ ਜਿਵੇਂ ਆਪ ਕਹਿ ਰਹੇ ਹੋ, ਕੰਮ ਬੜਾ ਔਖਾ ਬੜਾ ਕਠਨ ਹੈ, ਸਿੱਧ ਹੋਏ ਰਾਵਰ ਤੇ ਸਭ ਮੰਨੋ। ਬਸ ਤੁਸੀਂ ਕਰ ਸਕਦੇ ਹੋ, ਤੁਹਾਡੇ ਤੋਂ ਬਿਨਾਂ ਸੱਚੇ ਪਾਤਸ਼ਾਹ ਇਹ ਕੰਮ ਨਹੀਂ ਕੋਈ ਕਰ ਸਕਦਾ। ਇਹ ਕਾਰਜ ਤੁਹਾਡੀ ਕਿਰਪਾ ਨਾਲ ਹੋਣਾ ਹੈ। ਅੱਜ ਕੱਲ੍ਹ ਮੇਰੇ ਵਰਗਾ ਕੀ ਹੁੰਦਾ, ਲਓ ਜੀ ਮੈਂ ਹੁਣੇ ਕਰ ਦਿੰਦਾ, ਉਹ ਜਿੱਥੇ ਮੈਂ ਆਉਂਦੀ ਉੱਥੇ ਬੇੜਾ ਗਰਕ ਹੋ ਜਾਂਦਾ, ਕੱਖ ਨਹੀਂ ਰਹਿੰਦਾ ਉੱਥੇ, ਸਿੱਖ ਦੀ ਕੋਈ ਕਮਾਈ ਨਹੀਂ ਰਹਿੰਦੀ। ਸਿੱਖ ਕੋਈ ਵੀ ਕੰਮ ਕਰਦਾ ਕਹਿੰਦਾ ਗੁਰੂ ਤੇਰੀ ਕਿਰਪਾ ਨਾਲ ਕਰਾਂਗਾ, ਮੈਂ ਨਹੀਂ ਕਰ ਸਕਦਾ। ਭਾਈ ਬਚਿੱਤਰ ਸਿੰਘ ਨੂੰ ਮਹਾਰਾਜ ਜਦੋਂ ਬਰਛਾ ਦੇ ਕੇ ਕਹਿੰਦੇ ਮਾਰ ਹਾਥੀ ਦੇ ਮੱਥੇ 'ਚ, ਉਹ ਕਹਿੰਦੇ ਮਹਾਰਾਜ ਦੇਖੋ ਲੜਾਈ ਨਿਜ ਕਰਨਾ ਕੀ, ਲੜਾਈ ਤੁਹਾਡੀ ਕਿਰਪਾ ਨੇ ਕਰਨੀ ਹੈ, ਮੈਂ ਨਹੀਂ ਕਰਨੀ। ਆਪਣੀ ਕਿਰਪਾ ਦੀ ਲੜਾਈ ਵੇਖਿਆ ਜੇ, ਇਹ ਨਹੀਂ ਕਿਹਾ ਮੇਰੀ ਲੜਾਈ ਵੇਖਿਆ ਜੇ, ਵੀ ਤੁਹਾਡੀ ਕਿਰਪਾ, ਤੁਸੀਂ ਥਾਪੀ ਦਿਓ, ਸਿਰ ਤੇ ਹੱਥ ਰੱਖੋ, ਫਿਰ ਵੇਖੋ ਹਾਥੀ ਨੂੰ ਮੈਂ ਕਿਵੇਂ ਮਾਰਦਾ। ਬਿਧੀ ਚੰਦ ਕਹਿੰਦਾ ਮਹਾਰਾਜ ਤੁਹਾਡੀ ਕਿਰਪਾ ਚਾਹੀਦੀ ਆ, ਘੋੜੇ ਮੈਂ ਚੁਟਕੀ 'ਚ ਲੈ ਆਵਾਂਗਾ, ਪਰ ਤੁਸੀਂ ਲਿਆਓਗੇ, ਮੈਂ ਨਹੀਂ ਲਿਆ ਸਕਦਾ, ਤੁਹਾਡੀ ਕਿਰਪਾ ਲਿਆਵੇਗੀ। ਮੈਂ ਤਾਂ ਬਨ ਹੋ ਇੱਕ ਬਹਾਨਾ, ਬਸ ਸਤਿਗੁਰੂ ਮੈਂ ਤਾਂ ਇੱਕ ਬਹਾਨਾ ਆ, ਮੈਂ ਤਾਂ ਨਿਮਿਤ ਮਾਤਰ ਆ, ਕਰਨ ਵਾਲੇ ਤਾਂ ਆਪ ਜੀ ਹੋ। ਕਰੋ ਕਾਜ ਤੁਮ ਆਪ ਸੁਜਾਨਾ, ਮਹਾਰਾਜ ਕਾਰਜ ਤੇ ਆਪ ਜੀ ਨੇ ਆਪ ਹੀ ਕਰਨਾ ਹੈ, ਜਿਸ ਕਾ ਕਾਰਜ ਤਿਨ ਹੀ ਕੀਆ, ਮਾਨਸ ਕਿਆ ਵਿਚਾਰਾ ਰਾਮ। ਮੈਂ ਕੀ ਚੀਜ਼ ਆ ਸੱਚੇ ਪਾਤਸ਼ਾਹ ਜੀ, ਆਪ ਕਰਵਾਓਗੇ। ਸੁਨ ਪ੍ਰਸੰਨ ਸ੍ਰੀ ਸਤਿਗੁਰ ਹੋਏ, ਸੁਣ ਕੇ ਮਹਾਰਾਜ ਬੜੇ ਪ੍ਰਸੰਨ ਹੋਏ। ਛੇਵੇਂ ਪਾਤਸ਼ਾਹ ਭਾਈ ਸਾਹਿਬ ਦੀ ਨਿਮਰਤਾ ਤੇ ਦਲੇਰੀ ਦੇਖ ਕੇ, ਵਿਦਿਆ ਤਵ ਮਾਨਿੰਦ ਨ ਕੋਏ, ਤੇ ਹੱਸ ਕੇ ਕਹਿੰਦੇ ਬਿਧੀ ਚੰਦ ਤੇਰੇ ਵਰਗਾ ਕੋਈ ਨਹੀਂ ਦੁਨੀਆ ਤੇ, ਤੇਰੇ ਵਰਗਾ ਸੂਰਮਾ ਨਹੀਂ ਮਿਲਣਾ। ਰਾਮਚੰਦ ਜਿਮ ਲੰਕ ਪਠਾਵਨ, ਜਿਵੇਂ ਸ੍ਰੀ ਰਾਮਚੰਦਰ ਜੀ ਨੇ ਲੰਕਾ ਭੇਜਣਾ ਸੀ ਆਪਣੇ ਯੋਧਿਆਂ ਵਿੱਚੋਂ, ਸਭ ਕਪ ਮੈਂ ਖੋਜਿਓ ਮਨ ਪਾਵਨ। ਕਹਿੰਦੇ ਸਾਰਿਆਂ ਬਾਂਦਰਾਂ ਦੇ ਵਿੱਚ ਨਿਗਾਹ ਮਾਰੀ, ਅੰਗਦ, ਨਲ, ਨੀਲ, ਸੁਗਰੀਵ ਵਰਗੇ ਸੂਰਮੇ ਬੈਠੇ ਸਨ, ਜਾਮਵੰਤ ਬੈਠਾ ਸੀ, ਹੋਰ ਵੀ ਬੜੇ ਬੜੇ ਬਲੀ ਸਨ, ਪਰ ਸਾਰਿਆਂ ਵਿੱਚੋਂ ਸ਼ਰਧਾ ਭਗਤੀ ਵਿਸ਼ਵਾਸ ਵਾਲਾ ਕੌਣ ਸੀ? ਹਾਂਜੀ, ਹਨੂਮਾਨ ਬੜ ਸਮਤ ਪ੍ਰਬੀਨਾ, ਉਹਦੇ ਵਿੱਚੋਂ ਸਾਰਿਆਂ ਚੋਂ ਸਿਆਣਾ, ਬੁੱਧੀਮਾਨ ਤੇ ਭਗਤ ਹਨੂਮਾਨ ਨਜ਼ਰ ਆਇਆ। ਗੁਰਬਾਣੀ ਵਿੱਚ ਵੀ ਆਉਂਦਾ ਨਾ, ਹਨੂਮਾਨ ਸਰ ਗਰੜ ਸਮਾਨਾ। ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਹਨੂਮਾਨ ਦੀ ਭਗਤੀ ਦਾ ਜ਼ਿਕਰ ਆਉਂਦਾ, ਬਹੁਤ ਵੱਡਾ ਭਗਤ ਸੀ। ਜਾਗੈ ਹਣਵੰਤ ਧਰ ਲੰਕੂਰ, ਉਹ ਜਾਗਿਆਂ ਵਿੱਚੋਂ ਆਉਂਦਾ ਜ਼ਿਕਰ, ਜਿਹਦੀ ਆਤਮਾ ਜਾਗੀ ਹੋਈ ਸੀ। ਕਹਿੰਦੇ ਹਨੂਮਾਨ ਭਗਤ ਸੀ ਮਹਾਰਾਜ ਦਾ। ਹਾਂਜੀ, ਜਾਏ ਤਹਾਂ ਸਭ ਕਾਰਜ ਕੀਨਾ, ਤੇ ਉਹਦੇ ਤੇ ਨਿਗਾਹ ਪਈ ਸੀ। ਤੇ ਰਾਮਚੰਦਰ ਜੀ ਨੇ ਲੰਕਾ ਸੀਤਾ ਦੀ ਖੋਜ ਵਾਸਤੇ ਭੇਜਿਆ ਸੀ, ਜਾ ਕੇ ਸਾਰਾ ਕੰਮ ਕਰਕੇ ਆਇਆ ਸੀ। ਤਸਕਰ ਸਮ ਸਭ ਲੋਕ ਨਿਹਾਰੀ, ਉਹ ਚੋਰ ਦੀ ਤਰ੍ਹਾਂ ਵੀ ਗਿਆ, ਉਸ ਬਹਾਦਰਾਂ ਦੀ ਤਰ੍ਹਾਂ ਵੀ ਗਿਆ, ਤੇ ਦੁਸ਼ਮਣ ਦੀ ਲੰਕਾ ਸਾੜ ਕੇ ਆਇਆ। ਪਤਾ ਵੀ ਨਹੀਂ ਲੱਗਾ ਕਿਹੜੇ ਵੇਲੇ ਕੰਮ ਕਰ ਦਿੱਤਾ। ਪਿਖ ਸੀਤਾ ਹੱਥ ਰਾਖਸ਼ ਭਾਰੀ, ਕਹਿੰਦੇ ਸੀਤਾ ਨੂੰ ਵੇਖ ਕੇ ਆਇਆ ਤੇ ਬੜੇ ਬੜੇ ਬਲੀ ਰਾਖਸ਼ਾਂ ਨੂੰ ਮਾਰ ਕੇ ਆਇਆ। ਆਗ ਲਗਾਏ ਸਿੰਧ ਉਲਗਾਵਾ, ਅੱਗ ਲਾ ਕੇ ਲੰਕਾ ਸਾੜ ਦਿੱਤੀ ਤੇ ਸਮੁੰਦਰ ਤੋਂ ਛਾਲ ਮਾਰ ਕੇ ਟੱਪ ਗਿਆ। ਤਿਮਹੀ ਅਬ ਕਾਰਜ ਬਨ ਆਵਾ, ਦੇਖ ਬਿਧੀ ਚੰਦ ਉਹੀ ਕੰਮ ਹੁਣ ਬਣਿਆ। ਹੁਣ ਵੀ ਕੰਮ ਸੌਖਾ ਨਹੀਂ, ਲੰਕਾ ਤੋਂ ਖਬਰ ਲਿਆਣੀ ਸੀਤਾ ਦੀ ਬੜਾ ਔਖਾ ਕੰਮ ਸੀ, ਤੇ ਲਾਹੌਰ ਦੇ ਕਿਲੇ 'ਚੋਂ ਘੋੜੇ ਲਿਆਣੇ ਵੀ ਕੋਈ ਸੌਖਾ ਕੰਮ ਨਹੀਂ ਹੈ। ਹਾਂਜੀ, ਅਬ ਲੋ ਜਸ ਜਗ ਮਹਿ ਹਨੂਮਾਨਾ, ਮਹਾਰਾਜ ਕਹਿੰਦੇ ਬਿਧੀ ਚੰਦ ਅੱਜ ਤੱਕ ਹਨੂਮਾਨ ਦਾ ਜਸ ਆਉਂਦਾ। ਦੁਨੀਆ ਵਿੱਚ ਵੀ ਉਹ ਕਾਰਨਾਮੇ ਕੀਤੇ ਜਿਹੜੇ ਕੋਈ ਕਰ ਨਹੀਂ ਸੀ ਸਕਦਾ। ਕਾਜ ਕਠਨ ਤਿਮ ਬਨਹਿ ਸਮਾਨਾ, ਤੇ ਬੜਾ ਕਠਨ ਕੰਮ ਹੈ, ਹਨੂਮਾਨ ਦੀ ਤਰ੍ਹਾਂ ਅੱਜ ਤੈਨੂੰ ਭੇਜਾਂਗੇ ਤੇ ਤੂੰ ਵੀ ਕਰਕੇ ਵਿਖਾਏਂਗਾ। ਤੇ ਜਿਵੇਂ ਹਿੰਦੂ ਧਰਮ ਦੇ ਵਿੱਚ ਹਨੂਮਾਨ ਦੀ ਬਹਾਦਰੀ ਦੇ ਸੋਹਲੇ ਗਾਏ ਜਾਂਦੇ ਆ, ਏਦਾਂ ਤੇਰੇ ਵੀ ਢਾਡੀ ਵਾਰਾਂ ਗਾਇਆ ਕਰਨਗੇ। ਆਪਣੀ ਪ੍ਰਸ਼ੰਸਾ ਸੁਣੀ ਬਿਸਾਲਾ, ਭਾਈ ਬਿਧੀ ਚੰਦ ਨੇ ਆਪਣੇ ਸਤਿਗੁਰਾਂ ਦੇ ਬਚਨ ਸੁਣੇ, ਉਤਸ਼ਾਹ ਵਾਲੇ, ਪ੍ਰਸ਼ੰਸਾ ਵਾਲੇ। ਬਿਧੀ ਚੰਦ ਬੋਲਿਓ ਤਿਸ ਕਾਲਾ, ਤੇ ਹੱਥ ਜੋੜ ਕੇ ਭਾਈ ਬਿਧੀ ਚੰਦ ਜੀ ਬੋਲੇ, ਸ੍ਰੀ ਗੁਰ ਤੁਮ ਸਹਾਏ ਜੇ ਪਾਉ, ਇਹ ਸੱਚੇ ਪਾਤਸ਼ਾਹ ਜੇ ਤੁਸੀਂ ਮੇਰੀ ਮਦਦ ਕਰੋ,
ਤੁਸੀਂ ਮੇਰੇ ਸਿਰ ਤੇ ਹੱਥ ਰੱਖੋ। ਕਹਾਂ ਸ਼ਾਹ ਅਸ ਰਵ ਕੇ ਲਿਆऊं। ਮਹਾਰਾਜ ਸ਼ਾਹਜਹਾਨ ਦੇ ਘੋੜੇ ਤਾਂ ਗੱਲ ਹੀ ਕੋਈ ਨਹੀਂ, ਸੂਰਜ ਦੇ ਘੋੜੇ ਵੀ ਮੈਂ ਲਿਆ ਸਕਦਾ, ਤੁਹਾਡੀ ਕਿਰਪਾ ਹੋਵੇ ਤਾਂ। ਹਾਂਜੀ। ਸੁਨੇ ਬਰਨ ਟਿਕ ਸੁੰਦਰ ਘੋਰੇ। ਇੱਕ ਸੁਣਿਆ ਵਰਨ ਦੇਵਤੇ ਕੋਲ ਬੜੇ ਸੋਹਣੇ ਘੋੜੇ ਨੇ, ਤਹ ਤੇ ਲਿਆਏ ਸਕੋ ਤੁਮ ਜੋਰੇ। ਮੈਂ ਸਵਰਗਾਂ 'ਚੋਂ ਜਾ ਕੇ ਉਹ ਘੋੜੇ ਵੀ ਲਿਆ ਸਕਦਾ ਤੁਹਾਡੀ ਤਾਕਤ ਨਾਲ, ਤੁਹਾਡੀ ਕਿਰਪਾ। ਇਹਨੂੰ ਕਹਿੰਦੇ ਆ ਸਾਧ ਸੰਗਤ ਜੀ ਵੀਰ ਰਸ ਦਾ ਸਥਾਈ ਔਰ ਸੰਚਾਰੀ ਭਾਵ। ਇੱਕ ਸਥਾਈ ਭਾਵ ਹੁੰਦਾ, ਇੱਕ ਸੰਚਾਰੀ ਭਾਵ ਹੁੰਦਾ ਜਿਹੜਾ ਅੱਗੇ ਤੋਰਦਾ। ਉਤਸ਼ਾਹ, ਭਾਈ ਸਾਹਿਬ ਦਾ ਉਤਸ਼ਾਹ ਕਿੱਡਾ। ਉਹ ਕਹਿੰਦੇ ਇਹ ਤੇ ਗੱਲ ਹੀ ਕੋਈ ਨਹੀਂ, ਜੇ ਤੁਹਾਡੀ ਕਿਰਪਾ ਹੋਵੇ ਸੂਰਜ ਦੇ ਘੋੜੇ ਵੀ ਲੈ ਆਵਾਂ, ਮੈਂ ਵਰਨ ਦੇ ਘੋੜੇ ਵੀ ਲੈ ਆਵਾਂ। ਰਾਵਰ ਕੀ ਸਹਾਇਤਾ ਪਾਏ। ਆਪ ਜੀ ਦੀ ਸਹਾਇਤਾ, ਆਪ ਜੀ ਦੀ ਬਖਸ਼ਿਸ਼ ਦੇ ਨਾਲ ਕੋ ਅਸ ਕਾਜ ਜੇ ਨਾ ਬਨ ਜਾਏ। ਐਸਾ ਕਿਹੜਾ ਕੰਮ ਹੈ ਜਿਹੜਾ ਬਣ ਨਹੀਂ ਸਕਦਾ, ਕਿਹੜਾ ਕੰਮ ਹੈ ਜਿਹੜਾ ਹੋ ਨਹੀਂ ਸਕਦਾ। ਗਰੀਬ ਨਵਾਜ ਸੱਚੇ ਪਾਤਸ਼ਾਹ ਜੀ ਸੁਨ ਵਿਧੀਏ ਤੇ ਭਏ ਪ੍ਰਸੰਨ। ਭਾਈ ਬਿਧੀ ਚੰਦ ਦਾ ਬਚਨ ਸੁਣ ਕੇ ਪ੍ਰਸੰਨ ਹੋਏ ਸਤਿਗੁਰੂ ਛੇਵੇਂ ਪਾਤਸ਼ਾਹ ਜੀ ਮਹਾਰਾਜ। ਹਨੂਮਤ ਸਮ ਤੁਮ ਕੋ ਨਹਿ ਅੰਨ। ਕਹਿਣ ਲੱਗੇ ਬਿਧੀ ਚੰਦ, ਹਨੂਮਾਨ ਦੀ ਤਰ੍ਹਾਂ ਤੇਰਾ ਵੀ ਇਤਿਹਾਸ ਵਿੱਚ ਨਾ ਹੋਵੇਗਾ। ਜਿਵੇਂ ਉਸ ਯੁੱਗ ਦੇ ਵਿੱਚ ਉਹ ਸੂਰਮਾ ਸੀ, ਸਾਡੇ ਸਮੇਂ 'ਚ ਸਾਡਾ ਬਿਧੀ ਚੰਦ ਹੈ। ਕਲੀ ਕਾਲ ਕੋ ਜੈਸੋ ਸਮੈ। ਜਿਹੋ ਜਿਹਾ ਕਲਯੁਗ ਦਾ ਹੁਣ ਸਮਾਂ ਚੱਲ ਰਿਹਾ ਹੈ, ਤੈਸੋ ਕਰਨ ਬਨਤ ਹੈ ਤੁਮੈ। ਉਹੋ ਜਿਹਾ ਹੀ ਕੰਮ ਕਰਨਾ ਪੈਣਾ, ਕਿਉਂਕਿ ਇਹਨਾਂ ਚੋਰਾਂ ਨੂੰ, ਇਹਨਾਂ ਠੱਗਾਂ ਨੂੰ ਠੱਗਣਾ ਪੈਣਾ। ਠੱਗਾਂ ਨੂੰ ਠੱਗਣ ਵਾਸਤੇ ਠੱਗਾਂ ਤੋਂ ਵੀ ਵੱਡਾ ਦਿਮਾਗ ਚਾਹੀਦਾ, ਤੇ ਉਹ ਕੰਮ ਤੂੰ ਹੀ ਕਰ ਸਕਦਾ ਹੈ। ਸੋ ਤੁਰੰਗ ਕੋ ਲੈ ਕਰ ਆਵੋ। ਜਾ ਬਿਧੀ ਚੰਦ ਉਹ ਘੋੜੇ ਲੈ ਕੇ ਆ ਹੁਣ ਬਾਦਸ਼ਾਹ ਦੇ ਕੋਲੋਂ। ਅਚਲ ਸੁਜਾ ਸੁਜਾਗ ਸ਼ੁਭਗਤ ਪਾਵੋ। ਔਰ ਤੇਰਾ ਬੜਾ ਜਸ ਹੋਵੇਗਾ, ਰਹਿੰਦੀ ਦੁਨੀਆ ਤੱਕ ਖਾਲਸੇ ਪੰਥ ਵਿੱਚ ਬਿਧੀ ਚੰਦ ਦੇ ਘੋੜਿਆਂ ਦੀ ਕਥਾ ਚੱਲਦੀ ਰਹੇਗੀ। ਪਿੱਛੇ ਗ੍ਰੰਥਨ ਮੈਂ ਤੁਵ ਗਾਥਾ। ਤੂੰ ਇਹ ਕਾਰਨਾਮਾ ਕਰਦੇ ਬਿਧੀ ਚੰਦ, ਬੜੇ ਬੜੇ ਗ੍ਰੰਥਕਾਰ ਲਿਖਾਰੀ ਇਹ ਕਥਾ ਲਿਖ ਕੇ ਜਾਣਗੇ। ਸਾਧ ਸੰਗਤ ਜੀ ਭਾਈ ਸੰਤੋਖ ਸਿੰਘ ਜੀ ਨੇ ਦੇਖੋ ਕਿੰਨੇ ਪਿਆਰ ਨਾਲ ਕਥਾ ਲਿਖੀ ਹੈ। ਅੱਗੇ ਫਿਰ ਭਾਈ ਵੀਰ ਸਿੰਘ ਜੀ ਵਰਗੇ ਹੋਰ ਵਿਦਵਾਨਾਂ ਨੇ, ਸਾਰਿਆਂ ਨੇ ਕਥਾ ਲਿਖੀ ਹੈ। ਢਾਡੀਆਂ ਨੇ ਗਾਈ ਹੈ, ਰਾਗੀਆਂ ਨੇ ਗਾਈ ਹੈ। ਇਹ ਕਥਾ ਚੱਲਦੀ ਰਹਿਣੀ ਹੈ ਸਟੇਜਾਂ ਦੇ ਉੱਤੇ। ਹਾਂਜੀ। ਪਠੈ ਸੁਨੈ ਹੋਏ ਅਚਰਜ ਸਾਥਾ। ਕਹਿੰਦੇ ਕਥਾ ਤੇਰੀ ਚੱਲੇਗੀ ਬਿਧੀ ਚੰਦ ਘੋੜੇ ਲਿਆਉਣ ਦੀ। ਪੜਨ ਸੁਣਨਗੇ ਸੂਰਮੇ, ਉਤਸ਼ਾਹ ਵਧਿਆ ਕਰੇਗਾ, ਹੌਸਲਾ ਵਧਿਆ ਕਰੇਗਾ ਨੌਜਵਾਨਾਂ ਦਾ। ਪੁੰਨ ਆਤਮ ਤੇਰੋ ਜਸ ਕਰੈ। ਜਿਹੜੇ ਪੁੰਨ ਆਤਮਾ ਹੋਣਗੇ ਤੇਰਾ ਜਸ ਕਰਨਗੇ। ਕਹਿਣ ਲੱਗੇ ਬਿਧੀ ਚੰਦ ਨੇ ਉਹ ਕੰਮ ਕੀਤਾ ਜਿਹੜਾ ਕੋਈ ਕਰ ਨਹੀਂ ਸੀ ਸਕਦਾ। ਇਹ ਕਾਰਜ ਤੁਮ ਬਿਨ ਨਹਿ ਸਰੈ। ਇਹ ਬੜਾ ਧਰਮ ਦਾ ਕੰਮ ਹੈ। ਜ਼ਾਲਮ ਦੀਆਂ ਜੜ੍ਹਾਂ ਵਿੱਚੋਂ, ਸ਼ੇਰ ਦੀਆਂ ਜੜ੍ਹਾਂ ਚੋਂ ਮਾਸ ਕੱਢ ਕੇ ਲਿਆਉਣ ਵਾਲੀ ਗੱਲ ਹੈ, ਤੇ ਤੇਰੇ ਤੋਂ ਬਿਨਾ ਨਹੀਂ ਹੋਣਾ। ਬਹੁ ਅਬਲਾਖਾ ਗੁਰ ਕੀ ਜਾਨ। ਭਾਈ ਬਿਧੀ ਚੰਦ ਸਤਿਗੁਰਾਂ ਦੀ ਆਗਿਆ ਪਾ ਕੇ ਵਿਧੀ ਚੰਦ ਹਵੈ ਕੈ ਸਵਧਾਨ। ਸਾਵਧਾਨ ਹੋ ਗਏ ਵੀ ਸਤਿਗੁਰਾਂ ਦੀ ਇੱਛਾ ਹੈ ਵੀ ਇਹ ਕਾਰਜ ਕਰਨਾ। ਸੋ ਹੁਣ ਮੇਰੀ ਡਿਊਟੀ ਲੱਗੀ ਹੈ ਤੇ ਮਹਾਰਾਜ ਦੀ ਕਿਰਪਾ ਨਾਲ ਮੈਂ ਕਰਕੇ ਆਵਾਂਗਾ। ਪ੍ਰਾਪਤ ਹੋਤ ਅਧਿਕ ਵਡਿਆਈ। ਇਹਦੇ 'ਚ ਬੜੀ ਵੱਡੀ ਵਡਿਆਈ ਦੇ ਰਹੇ ਨੇ ਸਤਿਗੁਰੂ। ਕਰਾ ਤਾਂ ਕਿਸੇ ਤੋਂ ਵੀ ਸਕਦੇ ਨੇ, ਮੈਨੂੰ ਮਾਣ ਦੇ ਰਹੇ ਨੇ। ਸਿੱਖ ਦੇ ਮਨ 'ਚ ਇਹ ਨਹੀਂ ਹੋਣਾ ਚਾਹੀਦਾ ਵੀ ਮੇਰੇ ਤੋਂ ਬਿਨਾਂ ਕੋਈ ਨਹੀਂ ਕਰ ਸਕਦਾ। ਸਿੱਖ ਦੇ ਮਨ 'ਚ ਹੋਣਾ ਚਾਹੀਦਾ ਵੀ ਗੁਰੂ ਕਿਸੇ ਤੋਂ ਵੀ ਕਰਾ ਸਕਦਾ। ਭਾਈ ਬਿਧੀ ਚੰਦ ਦੇ ਮਨ 'ਚ ਇਹ ਨਹੀਂ ਆਇਆ ਵੀ ਮੈਂ ਹੀ ਕਰ ਸਕਦਾ ਤਾਂ ਮੈਨੂੰ ਕਹਿ ਰਹੇ ਨੇ। ਉਹਦੇ ਮਨ 'ਚ ਆਇਆ ਵੀ ਗੁਰੂ ਸਾਹਿਬ ਮੈਨੂੰ ਮਾਣ ਦੇ ਰਹੇ ਨੇ, ਕਰਾ ਤਾਂ ਹੋਰ ਤੋਂ ਵੀ ਸਕਦੇ ਨੇ। ਹਾਂਜੀ। ਭਇਓ ਤਿਆਰ ਨਹਿ ਬਿਲਮ ਲਗਾਈ। ਭਾਈ ਸਾਹਿਬ ਨੇ ਦੇਰੀ ਨਹੀਂ ਕੀਤੀ, ਉਸੇ ਵੇਲੇ ਹੀ ਤਿਆਰ ਹੋ ਗਏ। ਸਨਮੁਖ ਹੋ ਖਰੋ ਹੋਏ ਮਤ ਧਾਮੂ। ਬੁੱਧੀ ਦੇ ਖਜ਼ਾਨੇ ਭਾਈ ਬਿਧੀ ਚੰਦ, ਵਿਧੀਆਂ ਬਣਾਉਣ ਵਾਲੇ ਬਿਧੀ ਚੰਦ। ਬਿਧੀ ਚੰਦ ਬਣਾਵੇ ਵਿਧੀਆਂ, ਨਾਲੇ ਗੁਰੂ ਮਨਾਵੇ ਜੀ। ਇਹੋ ਜਿਹੀਆਂ ਵਿਧੀਆਂ ਬਣਾਉਣ ਵਾਲਾ ਸੰਸਾਰ ਤੇ ਕੋਈ ਬਣਿਆ ਨਹੀਂ, ਜੰਮਿਆ ਨਹੀਂ ਅਜੇ ਤੱਕ। ਜਿਹੋ ਜਿਹੀਆਂ ਬਿਧੀ ਚੰਦ ਵਿਧੀਆਂ ਬਣਾ ਲੈਂਦਾ ਸੀ, ਮਹਾਰਾਜ ਦੇ ਸਾਹਮਣੇ ਹੱਥ ਜੋੜ ਕੇ ਖੜਾ ਹੋ ਗਿਆ। ਸਰਬ ਗੁਰਨ ਕੇ ਲੈ ਕਰ ਨਾਮੂ। ਔਰ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਤੋਂ ਲੈ ਕੇ ਗੁਰੂ ਹਰਗੋਬਿੰਦ ਸਾਹਿਬ, 11 ਜਹੂਰ ਸਤਿਗੁਰੂ 6ਵਾਂ ਪਾਤਸ਼ਾਹੀਆਂ ਦੇ ਨਾਂ ਲੈ ਕੇ ਹੱਥ ਜੋੜ ਕੀਨੀ ਅਰਦਾਸ। ਹੱਥ ਜੋੜ ਕੇ ਭਾਈ ਬਿਧੀ ਚੰਦ ਅਰਦਾਸਾਂ ਸੋਧਿਆ। ਅੰਗ ਸੰਗ ਨਿਤ ਕਿਰਪਾ ਆਵਾਸ। ਇਹ ਕਿਰਪਾ ਦੇ ਸਾਗਰ ਸਤਿਗੁਰੂ, ਮੇਰੇ ਅੰਗ ਸੰਗ ਰਹਿਣਾ, ਸਦਾ ਹੀ ਤੁਹਾਡਾ ਸਿਰ ਤੇ ਹੱਥ ਰਹਿਣਾ ਚਾਹੀਦਾ। ਬਾਕੀ ਮੈਂ ਕਿਸੇ ਦੀ ਪਰਵਾਹ ਨਹੀਂ ਕਰਦਾ। ਸਦਾ ਅੰਗ ਸੰਗੇ ਅਭੰਗੰ ਵਿਭੂਤੇ।
ਬਾਟ ਘਾਟ ਮੈਂ ਬਨਹੁ ਸਹਾਈ। ਮਹਾਰਾਜ ਬਾਦ ਘਾਟ 'ਚ ਆਪ ਜੀ ਨੇ ਸਹਾਈ ਹੋਣਾ ਹੈ। ਜਿੱਥੇ ਔਕੜ ਗਲੀਆਂ ਭੀੜੀਆਂ ਤਿੱਥੇ ਹਰ ਹਰ ਮੁਕਤ ਕਰਾਹੇ। ਜਿੱਥੇ ਔਖਾ ਸਮਾਂ ਬਣ ਜਾਵੇ ਉਥੇ ਮੇਰੀ ਸਹਾਇਤਾ ਕਰਿਆ ਜੇ ਸੱਚੇ ਪਾਤਸ਼ਾਹ ਜੀ। ਗੁਰ ਆਗੇ ਤਵ ਕਰੀਬ ਨਿਵਾਈ। ਭਾਈ ਬਿਧੀ ਚੰਦ ਜੀ ਅਰਦਾਸਾ ਸੋਧ ਕੇ ਚਰਨਾਂ 'ਚ ਮੱਥਾ ਟੇਕਿਆ। ਚਰਨ ਕਮਲ ਪ੍ਰਿਯ ਦਰਸ ਪਰਸਨ ਕਰੇ। ਪਿਆਰੇ ਪਿਆਰੇ ਸਤਿਗੁਰੂ ਦੇ ਸੋਹਣੇ ਸੋਹਣੇ ਚਰਨਾਂ ਨੂੰ ਆਪਣੇ ਮੱਥੇ ਨਾਲ ਲਾਇਆ। ਆਪਣੀਆਂ ਅੱਖਾਂ ਮਹਾਰਾਜ ਦੇ ਚਰਨਾਂ ਨੂੰ ਛੁਹਾਈਆਂ। ਬਾਹਲੇ ਪਿਆਰ ਨਾਲ ਚਰਨ ਚੁੰਮੇ ਹਨ ਸਤਿਗੁਰੂ ਜੀ ਦੇ। ਸਭ ਤੇ ਖੁਸ਼ੀ ਲੀਨ ਬਲ ਧਰੇ। ਤੇ ਸਾਰੀ ਸੰਗਤ ਤੋਂ ਖੁਸ਼ੀ ਲਈ ਹੈ। ਸਾਰੇ ਆਪਣੇ ਸਾਥੀਆਂ ਤੋਂ, ਭਾਈ ਜੇਠੇ ਵਰਗਿਆਂ ਤੋਂ ਆਗਿਆ ਲੈ ਕੇ, ਗੁਰੂ ਦੀ ਆਗਿਆ ਲੈ ਕੇ, ਸੰਗਤ ਦੀ ਆਗਿਆ ਲੈ ਕੇ ਔਰ ਮਹ ਗੁਰ ਬਸਾਏ ਕਰ ਚਾਲਾ। ਮਨ ਵਿੱਚ ਗੁਰੂ ਦੀ ਮੂਰਤ ਨੂੰ ਵਸਾ ਲਿਆ। ਗੁਰ ਕੀ ਮੂਰਤ ਮਨ ਮੈਂ ਧਿਆਨ, ਗੁਰ ਕਾ ਸ਼ਬਦ ਮੰਤਰ ਮਨ ਮਾਨ। ਵਾਹਿਗੁਰੂ 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 ਜਪਦੇ ਹੋਏ ਭਾਈ ਸਾਹਿਬ ਭਾਈ ਬਿਧੀ ਚੰਦ ਜੀ ਚੱਲ ਪਏ ਨੇ। ਲਾਪਰ ਕੋ ਸਰਮੁਖ ਤਿਸ ਕਾਲਾ। ਰੂਪੇ ਪਿੰਡ ਤੋਂ ਲਾਹੌਰ ਦੇ ਰਾਹ ਪੈ ਗਏ ਨੇ। ਹਿਰਦੇ ਵਿਚਾਰਤ ਹਰਖਤ ਜਾਤੋ। ਤੇ ਮਨ ਵਿੱਚ ਵਿਚਾਰ ਕਰਦੇ ਖੁਸ਼ੀ ਨਾਲ ਜਾ ਰਹੇ ਨੇ। ਕੋਈ ਢਿੱਲ ਮੱਠ ਨਹੀਂ ਆਈ, ਕਿਉਂਕਿ ਵੀਰ ਰਸ ਉਤਸ਼ਾਹ ਤੋਂ ਬਿਨਾਂ ਨਹੀਂ ਚੱਲਦਾ। ਜੇ ਉਤਸ਼ਾਹ ਹੋਵੇਗਾ ਤੇ ਤਾਂ ਹੀ ਕੋਈ ਐਡੇ ਵੱਡੇ ਕਾਰਜ ਹੁੰਦੇ ਆ। ਜਿਹੜੇ ਬੰਦੇ ਦੇ ਵਿਚਾਰੇ ਦੇ ਉਦਾਂ ਹੀ ਲੱਤਾਂ ਕੰਬੀ ਜਾਣ, ਪੈਰ ਹੀ ਥੱਲੇ ਪਸੀਨਾ ਹੀ ਆਈ ਜਾਵੇ, ਉਹਨੇ ਕੀ ਕਰਨਾ। ਭਾਈ ਸਾਹਿਬ ਬੜੇ ਉਤਸ਼ਾਹ ਨਾਲ, ਬੜੀ ਖੁਸ਼ੀ ਦੇ ਨਾਲ ਚੜ੍ਹਦੀ ਕਲਾਂ ਵਿੱਚ ਜਾ ਰਹੇ ਨੇ। ਸਭ ਤੇ ਅਦਕ ਮੋਹੇ ਗੁਰ ਜਾਤੋ। ਭਾਈ ਬਿਧੀ ਚੰਦ ਜੀ ਸੋਚਦੇ ਆ ਵੀ ਧੰਨ ਸਤਿਗੁਰੂ ਨੇ ਜਿਨ੍ਹਾਂ ਨੇ ਮੈਨੂੰ ਮਾਣ ਦਿੱਤਾ ਹੈ, ਇਹ ਵੱਡੀ ਸੇਵਾ ਜਿਹੜੀ ਬਖਸ਼ੀ ਹੈ। ਕਰਿਓ ਪ੍ਰਚਾਰਨ ਸਭਾ ਸਮਾਜ। ਤੇ ਭਰੀ ਸਭਾ ਵਿੱਚ ਲਲਕਾਰਿਆ ਵੰਗਾਰਿਆ ਮੇਰੇ ਸਤਿਗੁਰੂ ਨੇ ਮੈਨੂੰ। ਕਿਉਂ ਨਾ ਕਰੂੰ ਮੈਂ ਦੁਸ਼ਟਰ ਕਾਜ। ਇਹ ਕਾਰਜ ਜਿੰਨਾ ਮਰਜ਼ੀ ਔਖਾ ਹੋਵੇ ਮੈਂ ਜ਼ਰੂਰ ਕਰਨਾ। ਇਹਦੇ ਵਾਸਤੇ ਮੈਨੂੰ ਭਾਵੇਂ ਆਪਣਾ ਸੀਸ ਦੇਣਾ ਪੈ ਜਾਵੇ, ਪਰ ਗੁਰੂ ਸਾਹਿਬ ਕੋਲ ਘੋੜੇ ਪਹੁੰਚ ਜਾਣਗੇ। 3 ਦਿਵਸ ਮੈਂ ਪਹੁੰਚਿਓ ਚਾਈ। ਰੂਪੇ ਪਿੰਡ ਤੋਂ ਚੱਲ ਕੇ 3 ਦਿਨਾਂ 'ਚ ਭਾਈ ਸਾਹਿਬ ਲਾਹੌਰ ਪਹੁੰਚ ਗਏ। ਔਰ ਦਰ ਟਿਕ ਅਰਦਾਸ ਅਲਾਈ। ਲਾਹੌਰ ਦੇ ਦਰਵਾਜ਼ੇ 'ਚ ਵੜਨ ਤੋਂ ਪਹਿਲਾਂ ਫੇਰ ਅਰਦਾਸ ਕੀਤੀ ਵੀ ਸੱਚੇ ਪਾਤਸ਼ਾਹ ਹੁਣ ਮੈਂ ਲਾਹੌਰ ਆ ਗਿਆ। ਸਾਹਮਣੇ ਕਿਲੇ ਦਾ ਦਰਵਾਜ਼ਾ ਹੈ ਸ਼ਹਿਰ ਦਾ। ਮੈਂ ਹੁਣ ਸ਼ਹਿਰ 'ਚ ਵੜਨ ਲੱਗਾ ਤੇ ਕਾਰਜ ਸ਼ੁਰੂ ਕਰਵਾ ਦਿਓ। ਹੁਣ ਆਪ ਹੀ ਵਿਧ ਬਣਾ ਦਿਓ। ਸਰਬ ਗੁਰਨ ਕੋ ਬੰਧਨ ਕਰੀ। ਅਰਦਾਸਾ ਸੋਧ ਕੇ ਸਾਰੇ ਗੁਰੂਆਂ ਦਾ ਨਾਂ ਲੈ ਕੇ, ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਤੋਂ ਲੈ ਗੁਰੂ ਅੰਗਦ ਦੇਵ ਜੀ, ਸਤਿਗੁਰੂ ਅਮਰਦਾਸ ਸਾਹਿਬ ਜੀ, ਸਤਿਗੁਰੂ ਰਾਮਦਾਸ ਸਾਹਿਬ ਜੀ, ਸਤਿਗੁਰੂ ਅਰਜਨ ਦੇਵ ਜੀ ਮਹਾਰਾਜ ਤੇ ਹਾਜ਼ਰਾ ਹਜੂਰ ਸਤਿਗੁਰੂ 6ਵੇਂ ਪਾਤਸ਼ਾਹ ਨੂੰ ਯਾਦ ਕਰਕੇ ਮੱਥਾ ਟੇਕਿਆ ਹੈ। ਤਤ ਛਿਨ ਕੀਓ ਪ੍ਰਵੇਸ਼ਨ ਪੁਰੀ। ਤੇ ਅਰਦਾਸਾ ਸੋਧ ਕੇ ਤੇ ਫਿਰ ਸ਼ਹਿਰ ਦੇ ਵਿੱਚ ਦਰਵਾਜ਼ੇ 'ਚ ਵੜ ਗਏ ਨੇ, ਸ਼ਹਿਰ ਲਾਹੌਰ ਦੇ ਅੰਦਰ। ਕਰਤ ਵਿਚਾਰਨ ਅਨਕ ਉਪਾਈ। ਤੇ ਹੁਣ ਵਿਧੀਆਂ ਬਣਾਉਣ ਲੱਗੇ ਆ, ਵਿਚਾਰ ਕਰਨ ਲੱਗੇ ਵੀ ਕਿਹੜੇ ਤਰੀਕੇ ਨਾਲ ਕਿਲੇ 'ਚ ਪਹੁੰਚਿਆ ਜਾ ਸਕਦਾ ਹੈ। ਕਿਮ ਤੁਰੰਗ ਟਿਕ ਪਹੁੰਚੋ ਜਾਈ। ਕਿਸ ਤਰ੍ਹਾਂ ਮੈਂ ਇਹਨਾਂ ਘੋੜਿਆਂ ਦੇ ਕੋਲ ਪਹੁੰਚਾਂ, ਘੋੜਿਆਂ ਦੇ ਦਰਸ਼ਨ ਹੋਣ ਮੈਨੂੰ। ਦਿਓ ਜਾਏ ਨਹਿ ਸੰਨ ਕਦਾਈ। ਕਿਉਂਕਿ ਕਿਲਾ ਬਹੁਤ ਵੱਡਾ ਹੈ। ਜੇ ਚੋਰਾਂ ਦੀ ਤਰ੍ਹਾਂ ਸੰਨ ਲਾਉਣ ਦੀ ਕੋਸ਼ਿਸ਼ ਕਰੀਏ, ਕਿਲੇ ਨੂੰ ਸੰਨ ਲੱਗਣੀ ਕੋਈ ਨਹੀਂ। ਛੋਟਾ ਮੋਟਾ ਦਰਵਾਜ਼ਾ ਕੰਧ ਹੋਵੇ ਨਾ, ਉਹਦੇ 'ਚ ਉਹਦੇ ਸੰਨ ਲੱਗ ਜਾਂਦੀ ਹੈ। ਉਹ ਵੀ ਕੁਝ ਰਾਤ ਨੂੰ ਘਰ ਦੇ ਸੁੱਤੇ ਹੋਣ ਤਾਂ, ਜਾਂ ਘਰ ਨਾ ਹੋਣ ਤਾਂ, ਤੇ ਸੰਨ ਲਾਣੀ ਬੜੀ ਔਖੀ ਹੈ। ਹਾਂਜੀ, ਨਹਿ ਉਪਰੋ ਪ੍ਰਵੇਸ਼ਨ ਪਾਵੈ। ਕਿਲੇ ਦੇ ਵਿੱਚ ਸੰਨ ਥੋੜਾ ਲੱਗਣੀ ਹੈ, ਜਿਹੜੇ ਤਰੀਕੇ ਨਾਲ ਘਰਾਂ ਨੂੰ ਲੱਗ ਜਾਂਦੀ ਹੈ। ਇੱਥੇ ਤਾਂ ਸੰਨ ਲਾਣੀ ਬੜੀ ਮੁਸ਼ਕਲ ਹੈ। ਓਪਰਾ ਬੰਦਾ ਕਿਲੇ 'ਚ ਵੜ ਨਹੀਂ ਸਕਦਾ। ਪੌਰ ਅਨਕ ਪਰ ਨਰ ਬਿਰਤਾਵੈ। ਕਹਿੰਦੇ ਬਹੁਤ ਸਾਰੇ ਦਰਵਾਜ਼ੇ, 12 ਦਰਵਾਜ਼ੇ ਕਿਲੇ ਲਾਹੌਰ ਦੇ ਕਹਿੰਦੇ ਨੇ। ਸਾਰਿਆਂ ਤੇ ਬੜਾ ਸਖਤ ਪਹਿਰਾ ਹੈ। ਨਿਕਟ ਦਰੋਗੇ ਬਨ ਕਰਦਾਸ। ਇੱਕੋ ਹੀ ਤਰੀਕਾ ਹੈ ਵੀ ਜਿਹੜਾ ਘੋੜਿਆਂ ਦਾ ਦਰੋਗਾ ਹੈ ਉਹਦੇ ਨੌਕਰ ਬਣੀਏ, ਜਾ ਕੇ ਉਥੇ ਨੌਕਰੀ ਲੱਭੀਏ, ਨੌਕਰ ਬਣ ਕੇ ਕਿਲੇ 'ਚ ਰਹਿਣਾ ਪਵੇਗਾ। ਜੇ ਕਰ ਰਹੋ ਜਾਓ ਹਉ ਪਾਸ। ਜੇ ਮੈਂ ਜਾ ਕੇ ਕਿਲੇ ਲਾਹੌਰ ਦੇ ਵਿੱਚ ਦਰੋਗੇ ਸੌਂਦੇ ਖਾਂ ਦਾ ਨੌਕਰ ਲੱਗ ਜਾਵਾਂ, ਸੋ ਨਹਿ ਰਾਖੈ ਬਿਨਾ ਚਿਨਾਰੀ। ਪਰ ਉਹਦੇ ਵਿੱਚ ਵੀ ਸਮੱਸਿਆ ਹੈ। ਸੌਂਦੇ ਖਾਂ ਬਿਨਾ ਮੈਨੂੰ ਆਇਡੈਂਟੀ ਕਾਰਡ ਦੇ, ਬਿਨਾ ਜਾਣ ਪਛਾਣ ਦੇ ਰੱਖ ਨਹੀਂ ਸਕਦਾ। ਉਹਨੂੰ ਪਛਾਣ ਤੋਂ ਬਿਨਾ ਬੰਦਾ ਜਿਹਨੂੰ ਜਾਣਦੇ ਨਹੀਂ, ਘਰ-ਬਾਰ ਦਾ ਨਹੀਂ ਪਤਾ, ਕਿੱਥੋਂ ਦਾ ਰਹਿਣ ਵਾਲਾ ਹੈ,
ਉਹ ਸਰਕਾਰ ਦੇ ਵਿੱਚ ਨੌਕਰੀ ਅੰਦਰ ਕਿਲੇ 'ਚ ਰੱਖਦੇ ਨਹੀਂ। ਬਿਨਾ ਰਹੇ ਹੋਏ ਕਾਜ ਨਾ ਭਾਰੀ। ਤੇ ਨੌਕਰੀ ਕਰੇ ਤੋਂ ਬਿਨਾਂ ਐਡਾ ਵੱਡਾ ਕੰਮ ਹੋਣਾ ਨਹੀਂ। ਇੱਕ ਦਿਨ ਦਾ ਕੰਮ ਨਹੀਂ, ਮਹੀਨੇ 2 ਮਹੀਨੇ ਉੱਥੇ ਰਹਿਣਾ ਪਵੇਗਾ। ਜਾਂ ਤੇ ਯਤਨ ਰਹਿ ਨਹਿਤ ਕਰੋ। ਇਸ ਕਰਕੇ ਕਿਲੇ ਲਾਹੌਰ 'ਚ ਰਹਿਣ ਦਾ ਕੋਈ ਯਤਨ ਕਰੀਏ, ਉੱਥੇ ਨੌਕਰੀ ਬਣਾਈਏ, ਆਪਣੀ ਪੱਕੀ ਕਰੀਏ, ਜਿਸ ਤੇ ਆਪਣੀ ਮਨਸਾ ਪੁਰੋ। ਜਿਹਦੇ ਨਾਲ ਮਨ ਦੀ ਮਨਸਾ ਪੂਰੀ ਹੋਵੇ। ਇਹ ਵਿਚਾਰਤ ਪੁਰੀ ਪ੍ਰਵੇਸ਼ਾ। ਇਹ ਵਿਚਾਰਾਂ ਕਰਦਾ ਵਿਧੀ ਚੰਦ ਲਾਹੌਰ ਕਿਲੇ 'ਚ ਸ਼ਹਿਰ 'ਚ ਵੜ ਗਿਆ। ਖਾਤੀ ਜੀਵਨ ਸਿੱਖ ਵਿਸ਼ੇਸ਼ਾ। ਲਾਹੌਰ ਦੇ ਵਿੱਚ ਇੱਕ ਭਾਈ ਜੀਵਨ ਤਰਖਾਣ ਰਹਿੰਦਾ ਸੀ। ਖਾਤੀ ਕਹਿੰਦੇ ਤਰਖਾਣਾਂ ਨੂੰ, ਜਿਹੜੇ ਲੱਕੜੀ ਦਾ ਕੰਮ ਕਰਦੇ ਆ। ਉਹ ਇੱਕ ਭਾਈ ਜੀਵਨ ਤਰਖਾਣ ਗੁਰੂ ਕਾ ਸਿੱਖ ਲਾਹੌਰ ਸ਼ਹਿਰ ਦੇ ਵਿੱਚ ਰਹਿੰਦਾ ਸੀ। ਤਿਸ ਕੇ ਸਦਨ ਪ੍ਰਵੇਸ਼ਿਓ ਜਾਈ। ਭਾਈ ਵਿਧੀ ਚੰਦ ਜੀਵਨ ਤਰਖਾਣ ਦੇ ਗਰੀਬ ਦੇ ਘਰ ਪਹੁੰਚਿਆ ਜਾ ਕੇ। ਨਿਕਟ ਹੋਏ ਕਹਿ ਪਰਨੋ ਪਾਈ। ਤੇ ਜਾ ਕੇ ਉਹਨੂੰ ਮਿਲਿਆ ਤੇ ਪੈਰੀ ਪੈਣਾ ਆਖਿਆ। ਇਹ ਪੁਰਾਣੇ ਸਿੰਘਾਂ ਦੀ, ਗੁਰਸਿੱਖਾਂ ਦੀ ਬੋਲੀ ਸੀ। ਜਿਵੇਂ ਆਪਾਂ ਅੱਜ ਕੱਲ੍ਹ 10ਵੇਂ ਪਾਤਸ਼ਾਹ ਤੋਂ ਬਾਅਦ ਮਰਜ਼ਾਦਾ ਚੱਲੀ ਹੈ ਵੀ ਆਪਾਂ ਆਪਸ 'ਚ ਮਿਲਦੇ ਹਾਂ, ਸਾਹਮਣੇ ਫਤਿਹ ਬੁਲਾਉਂਦੇ ਹਾਂ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। 9 ਪਾਤਸ਼ਾਹੀਆਂ ਦੇ ਸਮੇਂ ਗੁਰੂ ਨਾਨਕ ਦੇਵ ਜੀ ਤੋਂ ਗੁਰੂ ਮਹਾਰਾਜ ਗੁਰੂ ਤੇਗ ਬਹਾਦਰ ਸਾਹਿਬ ਤੱਕ ਮਰਜ਼ਾਦਾ ਇਹ ਸੀ ਪੈਰੀ ਪਾਉਣਾ ਜੀ। ਇੱਕ ਸਿੱਖ ਦੂਜੇ ਨੂੰ ਕਹਿੰਦਾ ਜੀ ਮੈਂ ਪੈਰੀ ਪਾਉਣਾ, ਦੂਜਾ ਵੀ ਕਹਿੰਦਾ ਜੀ ਪੈਰੀ ਪਾਉਣਾ। ਇੱਕ ਦੂਜੀ ਦੇ ਪੈਰੀ ਹੱਥ ਲਾਉਂਦੇ ਸੀ, ਪਿਆਰ ਕਰਦੇ ਸੀ, ਇੱਕ ਦੂਜੀ ਨੂੰ ਪੈਰੀ ਪਾਉਣਾ ਕਿਹਾ। ਭਾਈ ਜੀਵਨ ਤਰਖਾਣ ਨੇ ਭਾਈ ਵਿਧੀ ਚੰਦ ਦਾ ਉੱਠ ਕੇ ਸਵਾਗਤ ਕੀਤਾ ਹੈ। ਰਹਿਤ ਗੁਰੂ ਕੇ ਨਿਕਟ ਨਿਹਾਰਾ। ਭਾਈ ਜੀਵਨ ਤਰਖਾਣ ਨੇ ਪਛਾਣ ਲਿਆ ਵੀ ਇਹ ਤਾਂ ਬੜੇ ਵੱਡੇ ਸਿੱਖ ਨੇ, ਗੁਰੂ ਸਾਹਿਬ ਦੇ ਬਹੁਤ ਨੇੜੇ ਨੇ, 5ਵੇਂ ਪਾਤਸ਼ਾਹ ਦੇ ਨਾਲ ਰਹਿੰਦੇ ਸੀ ਤੇ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਨਾਲ ਰਹਿੰਦੇ ਹਨ। ਜੀਵਨ ਉਠਿਓ ਜਾਨ ਗੁਰ ਪਿਆਰਾ। ਭਾਈ ਜੀਵਨ ਨੂੰ ਬੜਾ ਚਾਅ ਚੜਿਆ ਵੀ ਮੇਰੇ ਘਰ ਗੁਰੂ ਦਾ ਐਡਾ ਵੱਡਾ ਸਿੱਖ ਆ ਗਿਆ, ਗਰੀਬ ਦੇ ਘਰ। ਬਹੁਤ ਭਰਸ਼ਰਧਾ ਨਾਲ ਭਾਈ ਵਿਧੀ ਚੰਦ ਦਾ ਸਵਾਗਤ ਕੀਤਾ। ਕਰ ਜੋਰਤ ਹੀ ਕਰੀ ਪ੍ਰਣਾਮ। ਹੱਥ ਜੋੜ ਕੇ ਜੀਵਨ ਤਰਖਾਣ ਨੇ ਭਾਈ ਵਿਧੀ ਚੰਦ ਨੂੰ ਮੱਥਾ ਟੇਕਿਆ। ਕਹਿਓ ਕਰੋ ਪਾਵਨ ਮਮ ਧਾਮੂ। ਆਓ ਭਾਈ ਸਾਹਿਬ, ਜੀ ਆਇਆਂ ਨੂੰ, ਜੀ ਆਇਆਂ ਨੂੰ। ਬੜੀ ਕਿਰਪਾ ਕੀਤੀ ਹੈ, ਮੇਰੇ ਗਰੀਬ ਦੇ ਘਰ ਆਏ ਹੋ, ਮੇਰੇ ਘਰ ਚਰਨ ਪਾਏ ਨੇ, ਮੇਰਾ ਘਰ ਪਵਿੱਤਰ ਹੋ ਗਿਆ ਹੈ। ਮੰਚ ਡਸਾਏ ਬਸਾਏ ਆਨੰਦ। ਜੀਵਨ ਤਰਖਾਣ ਨੇ ਮੰਜਾ ਢਾਹ ਕੇ ਦਿੱਤਾ ਤੇ ਉਹਦੇ ਉੱਤੇ ਭਾਈ ਸਾਹਿਬ ਜੀ ਨੂੰ ਬਿਠਾਇਆ, ਭਾਈ ਵਿਧੀ ਚੰਦ ਜੀ ਨੂੰ। ਸਭ ਬਿਦ ਕੀਨੀ ਸੇਵ ਬਿਲੰਦ। ਤੇ ਬੜੇ ਪ੍ਰੇਮ ਨਾਲ ਭਾਈ ਵਿਧੀ ਚੰਦ ਜੀ ਦੀ ਸੇਵਾ ਕਰਨ ਲੱਗੇ। ਜਲ ਤਾਤੋ ਕਰ ਪਾਏ ਪਖਾਰੇ। ਜੀਵਨ ਤਰਖਾਣ ਨੇ ਪਾਣੀ ਗਰਮ ਕੀਤਾ ਤੇ ਗਰਮ ਪਾਣੀ ਕਰਕੇ ਵਿਧੀ ਚੰਦ ਦੇ ਪੈਰ ਤੇ ਹੱਥ ਧੁਆਏ ਨੇ। ਜਸਾ ਸ਼ਕਤ ਕਰ ਬਿਪਦ ਆਹਾਰੇ। ਘਰ ਵਾਲੀ ਨੂੰ ਕਿਹਾ ਵੀ ਭਾਗਵਾਨ ਨੇ ਗੁਰੂ ਕੇ ਸਿੱਖ ਸਾਡੇ ਘਰ ਆਏ, ਮਹਾਂਪੁਰਸ਼ ਭਾਈ ਵਿਧੀ ਚੰਦ ਜੀ, ਤੇ ਤੂੰ ਪ੍ਰਸ਼ਾਦਾ ਤਿਆਰ ਕਰ। ਬੀਬੀ ਨੇ ਬੜੀ ਸ਼ਰਧਾ ਨਾਲ ਦਾਲ ਸਬਜ਼ੀ ਪ੍ਰਸ਼ਾਦਾ ਵਧੀਆ ਤਿਆਰ ਕੀਤਾ ਹੈ। ਕਰ ਔਰ ਹਰਖ ਪਰਸ ਪਰ ਬੈਸੇ। ਤੇ ਭਾਈ ਸਾਹਿਬ ਨੂੰ ਪ੍ਰਸ਼ਾਦਾ ਛਕਾਇਆ, ਮੰਜਾ ਬਿਸਤਰਾ ਦਿੱਤਾ। ਰਾਤ ਨੂੰ ਭਾਈ ਵਿਧੀ ਚੰਦ ਦੀਆਂ ਲੱਤਾਂ ਕੁੱਟੀਆਂ ਭਾਈ ਜੀਵਨ ਨੇ। ਬਹੁਤ ਪ੍ਰੇਮ ਕਰਦਾ। ਦੋਵੇਂ ਬੈਠੇ ਕਥਾ ਕਰੀ ਜਾਂਦੇ ਆ, ਗੁਰੂ ਦੇ ਬਚਨ ਸੁਣਾਉਂਦੇ ਇੱਕ ਦੂਜੀ ਨੂੰ। ਕਹਿ ਜੀਵਨ ਆਗਵਨੂ ਕੈਸੇ। ਭਾਈ ਜੀਵਨ ਨੇ ਫਿਰ ਪੁੱਛਿਆ, ਭਾਈ ਸਾਹਿਬ ਜੀ ਬੜੀ ਕਿਰਪਾ ਕੀਤੀ, ਅੱਜ ਗਰੀਬ ਦੇ ਘਰ ਆਏ ਹੋ, ਲਾਹੌਰ ਆਉਣ ਦਾ, ਮੇਰੇ ਘਰ ਆਉਣ ਦਾ ਕੋਈ ਕਾਰਜ, ਮੇਰੇ ਲਾਇਕ ਕੋਈ ਸੇਵਾ ਹੋਵੇ, ਮੈਨੂੰ ਤੁਸੀਂ ਕਿਉਂ, ਕਿਉਂਕਿ ਬਿਨਾਂ ਮਤਲਬ ਦੇ ਤਾਂ ਕੋਈ ਕਿਸੇ ਦੇ ਘਰ ਜਾਂਦਾ ਨਹੀਂ, ਕੋਈ ਨਾ ਕੋਈ ਕੰਮ ਹੁੰਦਾ, ਤੁਸੀਂ ਲਾਹੌਰ ਆਏ ਹੋ, ਕਿਵੇਂ ਆਏ ਹੋ, ਕੋਈ ਸਾਡੇ ਲਾਇਕ ਸੇਵਾ ਹੈ ਤਾਂ ਦੱਸੋ। ਸ੍ਰੀ ਸਤਿਗੁਰ ਕੇ ਕਾਰਜ ਆਏ। ਭਾਈ ਵਿਧੀ ਚੰਦ ਜੀ ਕਹਿਣ ਲੱਗੇ, ਭਾਈ ਜੀਵਨ ਜੀ ਗੁਰੂ ਮਹਾਰਾਜ ਦੇ ਕੰਮ ਆਏ ਹਾਂ, ਸਤਿਗੁਰਾਂ ਦੇ ਕਾਰਜ ਲਈ ਆਏ ਹਾਂ। ਕਿਦੋਂ ਚਾਹੇ ਕੁਛ ਆਪਨ ਬਣਾਏ। ਭਾਈ ਜੀਵਨ ਨੇ ਪੁੱਛਿਆ, ਮਹਾਰਾਜ ਗੁਰੂ ਘਰ ਦਾ ਕੰਮ ਹੈ ਜਾਂ ਕੋਈ ਆਪਣਾ ਕੰਮ ਹੈ ਤੁਹਾਡਾ? ਭਾਗ ਵਿਸਾਲ ਪ੍ਰਥਮ ਕੇ ਮੇਰੇ। ਬੜੇ ਮੇਰੇ ਭਾਗ ਚੰਗੇ ਆ ਵੀ ਤੁਸੀਂ ਆਏ ਹੋ ਮੇਰੇ ਘਰ। ਰਾਵਰ ਕਰਿਓ ਆਨ ਕਰ ਡੇਰੇ। ਆਪ ਜੀ ਨੇ ਮੈਨੂੰ ਗਰੀਬ ਨੂੰ ਤਖਾਣ ਨੂੰ ਮਾਣ ਦਿੱਤਾ ਹੈ, ਸਾਡੇ ਘਰ ਚਰਨ ਪਾਏ ਨੇ, ਆ ਡੇਰਾ ਕੀਤਾ ਹੈ। ਵਿਧੀ ਚੰਦ ਸਭ ਗਾਥ ਸੁਣਾਈ।
ਸਮਾਈ। ਭਾਈ ਜੀਵਨ ਦਾ ਸਵਾਲ ਸੁਣ ਕੇ ਭਾਈ ਬਿਧੀ ਚੰਦ ਜੀ ਸਾਰੀ ਗੱਲ ਦੱਸੀ। ਸਤਿਗੁਰ ਉਚਿਤ ਅਵਸਥ ਸਥਾਈ। ਦੇਖੋ ਭਾਈ ਜੀਵਨ ਜੀ ਬਚਨ ਗੁਪਤ ਹੈ, ਅੱਗੇ ਨਹੀਂ ਕਰਨ ਵਾਲਾ, ਤੁਹਾਨੂੰ ਦੱਸਣਾ ਜ਼ਰੂਰੀ ਹੈ, ਕਿਉਂਕਿ ਕੰਮ ਬਹੁਤ ਵੱਡਾ ਹੈ। ਜਿਹੜਾ ਕੰਮ ਮੈਂ ਕਰਨ ਆਇਆ ਹਾਂ ਉਹ ਬਹੁਤ ਕਠਿਨ ਵੀ ਹੈ, ਪਰ ਗੁਰੂ ਦੀ ਕਿਰਪਾ ਨਾਲ ਹੋਣਾ ਹੈ। ਇੱਥੇ ਗੁਰੂ ਸਾਹਿਬ ਦੇ ਘੋੜੇ ਹਨ ਲਾਹੌਰ ਦੇ ਕਿਲੇ ਵਿੱਚ। ਮੈਂ ਜਾਣੂ ਕਹਿ ਤੂੰ ਲਖ ਪਾਵਹੁ। ਇਹ ਗੱਲ ਮੈਨੂੰ ਪਤਾ ਜਾਂ ਤੈਨੂੰ ਦੱਸੀ ਹੈ, ਇਹ ਗੱਲ ਯਾਦ ਰੱਖੀ। ਕਿਸੇ ਤੀਸਰੇ ਬੰਦੇ ਦੇ ਕੰਨ 'ਚ ਇਹ ਆਵਾਜ਼ ਨਹੀਂ ਪੈਣੀ ਚਾਹੀਦੀ। ਨਹੀਂ ਪੰਚਮੇ ਕਰਨ ਸੁਣਾਵਹੁ। ਚਾਰ ਕੰਨਾਂ ਨੂੰ ਪਤਾ, 2 ਕੰਨ ਮੇਰੇ ਤੇ 2 ਕੰਨ ਤੇਰੇ, ਪੰਜਵਾਂ ਕੰਨ ਨਾ ਕੋਈ ਸੁਣ ਲਵੇ। ਹਾਂਜੀ, ਬਲੀ ਤੁਰੰਗ ਸ਼ਾਹ ਕੋਏ ਪਿਆਰੇ। ਕੰਮ ਇਹ ਹੈ, ਬਾਦਸ਼ਾਹ ਨੇ ਦਿਲਬਾਗ ਤੇ ਗੁਲਬਾਗ ਜਿਹੜੇ ਘੋੜੇ ਰੱਖੇ ਨੇ ਬੜੇ ਸੋਹਣੇ, ਹੋਇਓ ਚਾਹੇ ਸ੍ਰੀ ਗੁਰ ਸਵਾਰੇ। ਉਹ ਘੋੜੇ ਮੈਂ ਲੈਣ ਆਇਆ। ਉਹ ਘੋੜੇ 6ਵੇਂ ਪਾਤਸ਼ਾਹ ਮਹਾਰਾਜ ਮੀਰੀ ਪੀਰੀ ਦੇ ਮਾਲਕ ਦੇ ਘੋੜੇ ਨੇ, ਉਹਨਾਂ ਨੇ ਸਵਾਰੀ ਕਰਨੀ ਹੈ, ਬਾਦਸ਼ਾਹ ਕੋਲ ਨਹੀਂ ਰਹਿਣ ਦੇਣੇ। ਹਾਂਜੀ, ਕਿਵੇਂ ਪਹੁੰਚੈ ਮੈਂ ਜੁਗਤ ਬਤਾਵਹੁ। ਤੇ ਭਰਾ ਜੀ ਹੁਣ ਦੱਸੋ, ਤੁਸੀਂ ਮੈਨੂੰ ਸਲਾਹ ਦਿਓ ਵੀ ਮੈਂ ਕਿਲੇ 'ਚ ਕਿਵੇਂ ਵੜ ਸਕਦਾ। ਲਾਹੌਰ ਦੇ ਕਿਲੇ 'ਚ ਪਹੁੰਚਣਾ ਵੀ ਹੈ, ਉੱਥੇ ਰਹਿਣਾ ਵੀ ਹੈ, ਉੱਥੋਂ ਘੋੜੇ ਕੱਢਣੇ ਵੀ ਨੇ, ਤੇ ਇਹ ਕੋਈ ਨਾ ਕੋਈ ਜੁਗਤੀ ਲਾਣੀ ਪੈਣੀ ਹੈ। ਕਿਵੇਂ ਨਿਕਸਾ ਸਭ ਭੇਦ ਬੁਝਾਵਹੁ। ਤੇ ਤੁਸੀਂ ਭਾਈ ਜੀਵਨ ਜੀ ਭੇਦ ਦੱਸੋ, ਤੁਸੀਂ ਲਾਹੌਰ ਦੇ ਰਹਿਣ ਵਾਲੇ ਹੋ, ਕੋਈ ਤੁਹਾਡੇ ਦਿਮਾਗ ਵਿੱਚ ਕੋਈ ਤਰਕੀਬ ਆਉਂਦੀ ਹੈ, ਕੋਈ ਢੰਗ ਆਉਂਦਾ ਤੇ ਦੱਸੋ। ਤੂੰ ਪੁਰ ਬਸੈ ਲਖੈ ਸਭ ਕਾਹੂ। ਤੂੰ ਇੱਥੇ ਦਾ ਰਹਿਣ ਵਾਲਾ ਹੈ, ਲਾਹੌਰ ਦੀਆਂ ਗਲੀਆਂ ਬਾਜ਼ਾਰਾਂ ਦਾ, ਇੱਥੋਂ ਦੇ ਲੋਕਾਂ ਦਾ, ਇੱਥੋਂ ਦੇ ਵਿਹਾਰ ਦਾ ਤੈਨੂੰ ਮੇਰੇ ਨਾਲੋਂ ਬਹੁਤ ਜ਼ਿਆਦਾ ਪਤਾ ਹੈ। ਜਿਹੜੇ ਸ਼ਹਿਰ 'ਚ ਆਪਾਂ ਰਹਿੰਦੇ ਹੋਈਏ ਉੱਥੋਂ ਦਾ ਭੇਤ ਹੁੰਦਾ, ਉੱਥੋਂ ਦੇ ਸੈਂਕੜੇ ਬੰਦੇ ਵੀ ਜਾਣਦੇ ਹੁੰਦੇ ਆ, ਉੱਥੋਂ ਦੇ ਗਲੀ ਬਾਜ਼ਾਰ ਮਹੱਲੇ ਦਾ ਰਹਿਣ ਸਹਿਣ ਦਾ, ਵੱਡੇ ਛੋਟੇ ਦਾ, ਉੱਥੋਂ ਦੇ ਲੋਕਾਂ ਨੂੰ ਪਤਾ ਹੁੰਦਾ। ਤੁਸੀਂ ਲਾਹੌਰ ਦੇ ਰਹਿਣ ਵਾਲੇ ਹੋ ਭਾਈ ਸਾਹਿਬ ਜੀਵਨ ਜੀ, ਤੁਹਾਨੂੰ ਸਭ ਪਤਾ ਹੈ। ਮੈਨੂੰ ਦੱਸੋ ਲਾਹੌਰ ਦੇ ਕਿਲੇ 'ਚ ਮੈਂ ਕਿਵੇਂ ਵੜ ਸਕਦਾ ਹਾਂ? ਕਿਸ ਥਲ ਖਰੇ ਰਹਿਤ ਕੋ ਪਾਹੂ। ਹਾਂ, ਕਿੰਨੇ ਪਹਿਰੇਦਾਰ, ਕਿੰਨੇ ਸਿਪਾਹੀ, ਕਿਹੜੇ ਦਰਵਾਜ਼ੇ ਤੇ ਰਹਿੰਦੇ ਆ, ਕਿਹੜੇ ਦਰਵਾਜ਼ੇ ਤੇ ਪਹਿਰਾ ਢਿੱਲਾ ਹੈ, ਕਿਹੜੇ ਦਰਵਾਜ਼ੇ ਤੇ ਪਹਿਰਾ ਕਸਵਾਂ ਹੈ, ਇਹਦਾ ਤੁਹਾਨੂੰ ਪਤਾ ਹੋਵੇਗਾ। ਕਿਲੇ ਲਾਹੌਰ ਦੇ ਅੰਦਰ ਵੜਨਾ ਸੌਖਾ ਕੰਮ ਨਹੀਂ, ਪਰ ਆਪਾਂ ਰਾਹ ਕੱਢਣਾ ਤੇ ਪਹੁੰਚਣਾ ਜ਼ਰੂਰੀ ਹੈ। ਕਹਾ ਨਾਮ ਜੋ ਰਹਿ ਦਰੋਗਾ। ਜਿਹੜਾ ਦਰੋਗਾ ਹੈ, ਜਿਹਦੇ ਕੋਲ ਘੋੜਿਆਂ ਦਾ ਤੇ ਕਿਲੇ ਦਾ ਪ੍ਰਬੰਧ ਹੈ, ਉਹ ਜਿਹੜਾ ਦਰੋਗਾ ਹੈ ਉਹਦਾ ਕੀ ਨਾਮ ਹੈ? ਤਕਰਾਈ ਹਿਤ ਕੇਤਕ ਲੋਗਾ। ਔਰ ਪਹਿਰੇਦਾਰ ਕਿੰਨੇ ਕੁ ਰਹਿੰਦੇ ਨੇ, ਕਿੰਨੀ ਸਿਪਾਹੀਆਂ ਦੀ ਚੌਂਕੀ ਹੈ? ਸੁਨ ਜੀਵਨ ਮਨ ਮਹਿ ਬਿਸਮਾਇਓ। ਸੁਣ ਕੇ ਭਾਈ ਜੀਵਨ ਜੀ ਆ ਬੜੇ ਹੈਰਾਨ ਹੋ ਗਏ ਵੀ ਹੈ ਐਡਾ ਵੱਡਾ ਕੰਮ ਤੇ ਵਿਚਾਰੇ ਨੇ, ਗਰੀਬ ਨੇ ਕਦੀ ਸੁਣਿਆ ਨਹੀਂ ਸੀ। ਉਹ ਇੱਕਦਮ ਹੱਕਾ ਬੱਕਾ ਹੋ ਗਿਆ। ਦੁਸਤਰ ਕਾਜ ਕਰਨ ਹਿਤ ਆਇਓ। ਭਾਈ ਜੀਵਨ ਕਹਿੰਦਾ ਵੀ ਕੰਮ ਬੜਾ ਔਖਾ ਕਰਨ ਆਏ ਹੋ ਤੁਸੀਂ ਬਿਧੀ ਚੰਦ ਜੀ, ਐਡਾ ਵੱਡਾ ਕੰਮ ਕਰਨਾ ਸੋਚਿਆ ਵੀ ਨਹੀਂ ਜਾ ਸਕਦਾ। ਸੰਮਨ ਬੁਰਜ ਸ਼ਾਹ ਕੋ ਬਾਸਾ। ਸੰਮਨ ਬੁਰਜ ਦੇ ਵਿੱਚ ਬਾਦਸ਼ਾਹ ਰਹਿੰਦਾ ਹੈ। ਕਿਲੇ ਦੇ ਅੰਦਰ ਬਹੁਤ ਸਾਰੀਆਂ, ਬਹੁਤ ਵੱਡਾ ਕਿਲਾ ਲਾਹੌਰ ਦਾ, ਉਹਦੇ ਬੜੇ ਵੱਖਰੇ ਵੱਖਰੇ ਹਿੱਸੇ ਨੇ, ਪਾਰਟ ਨੇ। ਇੱਕ ਸੰਮਨ ਬੁਰਜ ਵਾਲਾ ਪਾਰਟ ਹੈ। ਸੰਮਨ ਬੁਰਜ ਸਾਰਿਆਂ ਤੋਂ ਵੱਡਾ ਬੁਰਜ ਹੈ ਲਾਹੌਰ ਦੇ ਕਿਲੇ ਦਾ। ਉਹ ਬੁਰਜ ਦੇ ਵਿੱਚ ਬਾਦਸ਼ਾਹ ਦੀ ਰਿਹਾਇਸ਼ ਹੈ। ਬਾਦਸ਼ਾਹ ਸੰਮਨ ਬੁਰਜ ਵਿੱਚ ਰਹਿੰਦਾ ਹੈ। ਚਪਲ ਤੁਰੰਗਨ ਪਾਸ ਨਿਵਾਸਾ। ਉਹ ਸੰਮਨ ਬੁਰਜ ਵਿੱਚ ਬੜੇ ਬੜੇ ਮਹਿਲ ਬਣੇ ਹੋਏ ਨੇ, ਆਲੀਸ਼ਾਨ ਘਰ ਬਣੇ ਹੋਏ ਨੇ, ਜਿੱਥੇ ਬਾਦਸ਼ਾਹ ਰਹਿੰਦਾ ਹੈ। ਔਰ ਜਿੱਥੇ ਉੱਠਦਾ ਹੈ ਸਵੇਰੇ ਤੇ ਕਿਲੇ 'ਚ ਉਹਦੀ ਨਿਗਾਹ ਪੈਂਦੀ, ਉੱਥੇ ਘੋੜੇ ਬੰਨੇ ਹੋਏ ਨੇ। ਯਾਨੀ ਬਾਦਸ਼ਾਹ ਦਿਨ ਰਾਤ ਘੋੜਿਆਂ ਨੂੰ ਆਪਣੀ ਨਜ਼ਰ ਥੱਲੇ ਰੱਖਦਾ ਹੈ। ਨਰਨ ਸੈਂਕੜੇ ਕੀ ਰਖਵਾਰੀ। ਸੈਂਕੜੇ ਬੰਦੇ 8-8 ਘੰਟੇ ਦੀ ਡਿਊਟੀ ਬਦਲ ਕੇ 24 ਘੰਟੇ ਡਿਊਟੀ ਕਰਦੇ। ਉੱਥੇ ਇੱਕ ਚੌਂਕੀ ਪੁਲਿਸ ਦੀ ਖੜੀ ਹੁੰਦੀ ਹੈ, ਦੂਜੀ ਆਉਂਦੀ ਛੁੱਟੀ 'ਤੇ ਤੇ ਦੂਜੇ ਖੜ ਜਾਂਦੇ। 1 ਮਿੰਟ ਵਾਸਤੇ ਵੀ ਪਹਿਰਾ ਢਿੱਲਾ ਨਹੀਂ ਕਰਦੇ, ਨਾ ਦਿਨੇ ਨਾ ਰਾਤੀ। ਸੇਵਕ ਸੇਵਕ ਰਹਿ ਤਿਨ ਭਾਰੀ। ਇਹ ਭਾਈ ਬਿਧੀ ਚੰਦ ਜੀ, ਘੋੜਿਆਂ ਦੀ ਸੇਵਾ ਕਰਨ ਵਾਲੇ ਬੜੇ ਨੌਕਰ ਹਨ। ਘੋੜਿਆਂ ਦੀ ਕੋਈ ਮਾਲਿਸ਼ ਕਰਦੇ ਨੇ, ਕੋਈ ਘੋੜਿਆਂ ਨੂੰ ਪੱਠੇ ਪਾਉਂਦੇ ਨੇ, ਕੋਈ ਉਹਨਾਂ ਦਾ ਲਦੈੜਾ ਸਾਫ਼ ਕਰਦੇ ਨੇ। ਸੋ ਘੋੜਿਆਂ ਨੂੰ ਬੜੇ ਧਿਆਨ ਨਾਲ ਬਾਦਸ਼ਾਹ ਰੱਖਦਾ ਹੈ। ਹਰ ਵੇਲੇ ਬਾਦਸ਼ਾਹ ਦੀ ਨਿਗਾਹ ਘੋੜਿਆਂ 'ਤੇ ਰਹਿੰਦੀ ਹੈ।
ਪੌਰ ਅਨੇਕਨ ਕੇ ਰਹਿ ਅੰਤਰ। 12 ਦਰਵਾਜ਼ੇ ਨੇ ਕਿਲੇ ਦੇ, ਉਹਨਾਂ ਦਰਵਾਜ਼ਿਆਂ ਦੇ ਅੰਦਰ ਜਾ ਕੇ ਸਮਣ ਬੁਰਜ ਹੈ ਤੇ ਉੱਥੇ ਬਾਦਸ਼ਾਹ ਰਹਿੰਦਾ, ਤੇ ਕਿਲੇ ਦੇ ਸਮਣ ਬੁਰਜ ਦੇ ਥੱਲੇ ਘੋੜੇ ਤਬੇਲੇ 'ਚ ਵੱਜੇ ਰਹਿੰਦੇ ਨੇ। ਗਨ ਪਟ ਸ਼ਸਤਰਨ ਸਹਿਤ ਨਿਰੰਤਰ। ਬਹੁਤ ਸਾਰੇ ਯੋਧੇ ਸ਼ਸਤਰਾਂ ਨਾਲ, ਬੰਦੂਕਾਂ, ਤੀਰ ਕਮਾਨ, ਬਰਛੇ, ਢਾਲਾਂ, ਤਲਵਾਰਾਂ ਲੈ ਕੇ ਪਹਿਰੇ ਤੇ ਖੜੇ ਰਹਿੰਦੇ ਨੇ। ਸੌਂਦੇ ਖਾਨ ਜੋ ਨਾਮ ਦਰੋਗਾ। ਤੇ ਜਿਹੜਾ ਦਰੋਗਾ ਤੁਸੀਂ ਪੁੱਛਿਆ ਵੀ ਕੀ ਨਾਮ ਹੈ, ਭਾਈ ਬਿਧੀ ਚੰਦ ਜੀ, ਦਰੋਗੇ ਦਾ ਨਾਮ ਸੌਂਦੇ ਖਾਨ ਹੈ। ਜਿਸ ਕੇ ਅਨੁਸਾਰੀ ਭੋਲੋਗਾ। ਉਹ ਕਿਲੇ ਦਾ ਦਰੋਗਾ ਹੈ, ਸੈਂਕੜੇ ਸਿਪਾਹੀ ਉਹਦੇ ਥੱਲੇ ਹਨ। ਉਹ ਸਾਰਿਆਂ ਦਾ ਵੱਡਾ ਅਫਸਰ ਹੈ, ਡਿਊਟੀਆਂ ਬਦਲ ਕੇ ਲਾਣੀਆਂ ਸਿਪਾਹੀਆਂ ਦੀਆਂ, ਤੇ ਹਰ ਚੀਜ਼ ਦਾ ਖਿਆਲ ਰੱਖਣਾ। ਕੋਈ ਕਿਲੇ 'ਚ ਵਾਧ ਘਾਟ ਹੁੰਦੀ ਉਹਦੀ ਜ਼ਿੰਮੇਵਾਰੀ ਹੈ, ਕੋਈ ਸਮਾਨ ਘੋੜਿਆਂ ਲਈ ਖਰੀਦਣਾ, ਵੇਚਣਾ, ਲਿਆਉਣਾ ਉਹ ਉਹਦੀ ਜ਼ਿੰਮੇਵਾਰੀ ਹੈ। ਬਾਕੀ ਸਾਰਾ ਪ੍ਰਬੰਧ ਕਿਲੇ ਦਾ ਸੌਂਦੇ ਖਾਨ ਦਰੋਗਾ ਕਰਦਾ ਹੈ। ਕਿਸ ਹੀ ਬਿਦ ਜੋ ਨਹਿ ਬਨ ਆਵੈ। ਇਹ ਭਾਈ ਸਾਹਿਬ ਜੀ, ਜਿਹੜਾ ਕੰਮ ਕਿਸੇ ਤੋਂ ਨਾ ਹੋ ਸਕਦਾ ਹੋਵੇ, ਤੂੰ ਕਰ ਲਹਿ ਜੇ ਸਤਿਗੁਰ ਭਾਵੈ। ਉਹ ਤੁਸੀਂ ਕਰ ਸਕਦੇ ਹੋ ਭਾਈ ਬਿਧੀ ਚੰਦ ਜੀ, ਗੁਰੂ ਦੀ ਕਿਰਪਾ ਨਾਲ। ਕੰਮ ਤਾਂ ਬਹੁਤ ਹੀ ਔਖਾ ਤੁਸੀਂ ਦੱਸ ਰਹੇ ਹੋ, ਮੈਂ ਤਾਂ ਸੁਣ ਕੇ ਸੁੰਨ ਹੋ ਗਿਆ ਵੀ ਤੁਸੀਂ ਕਹਿੰਦੇ ਹੋ ਮੈਂ ਕਿਲੇ 'ਚੋਂ ਘੋੜੇ ਕੱਢਣ ਆਇਆ। ਕੰਮ ਵਾਕਿਆ ਹੀ ਔਖਾ ਹੈ, ਪਰ ਮੈਨੂੰ ਇਹ ਵੀ ਪਤਾ ਵੀ ਗੁਰੂ ਸਾਹਿਬ ਤੁਹਾਡੇ ਕੋਲੋਂ ਕਰਵਾ ਲੈਣਗੇ। ਹਾਂਜੀ, ਅਗਮ ਥਾਨ ਕਿਮ ਪਹੁੰਚਨ ਪਾਸ। ਕਿਉਂਕਿ ਕਿਲਾ ਅਗੰਮ ਹੈ, ਉੱਥੇ ਕੋਈ ਪਹੁੰਚ ਨਹੀਂ ਸਕਦਾ। ਜਿੱਥੇ ਨਾ ਪਹੁੰਚ ਸਕੇ ਨਾ ਉਹਨੂੰ ਅਗੰਮ ਕਹਿੰਦੇ ਆ। ਜਿੱਥੇ ਗਮਤਾ ਨਾ ਹੋ ਸਕੇ, ਗਮਨ ਕਰਨਾ, ਗੋ ਅੰਗਰੇਜ਼ੀ ਵਾਲੇ ਕਹਿ ਦਿੰਦੇ ਆ ਜਾਣਾ, ਤੇ ਸੰਸਕ੍ਰਿਤ 'ਚ ਗਮਨ ਸ਼ਬਦ ਹੈ, ਜਾਣਾ। ਪੰਜਾਬੀ 'ਚ ਗਿਆ ਸ਼ਬਦ ਹੈ, ਗਮਨ ਤੋਂ ਗਿਆ ਬਣਿਆ, ਅੱਗੇ ਅੰਗਰੇਜ਼ੀ 'ਚ ਗੋ ਬਣ ਗਿਆ। ਸੋ ਕਹਿੰਦੇ ਵੀ ਜਿੱਥੇ ਨਹੀਂ ਜਾ ਸਕਦੇ ਉਹਨੂੰ ਆਗਮ ਕਹਿੰਦੇ ਆ। ਐੜਾ ਲੱਗ ਗਿਆ ਪਹਿਲੇ। ਕਿਲੇ ਵਿੱਚ ਪਹੁੰਚਣਾ ਮੁਸ਼ਕਲ ਹੈ, ਕੋਈ ਜਾ ਨਹੀਂ ਸਕਦਾ ਕਿਲੇ ਵਿੱਚ। ਕਹਾਂ ਸੋ ਲੈ ਕੇ ਜਾਣ ਆਵਾਸ। ਹਾਂ, ਉੱਥੇ ਜਾਣਾ, ਉੱਥੋਂ ਕਿਲੇ 'ਚੋਂ ਘੋੜੇ ਕੱਢ ਕੇ ਲਿਜਾਣੇ ਬੜੀ ਔਖੀ ਗੱਲ ਹੈ ਭਾਈ ਸਾਹਿਬ ਜੀ। ਗੁਰ ਦਰਗਮ ਕੋ ਸੁਗਮ ਬਣਾਵੈ। ਭਾਈ ਜੀਵਨ ਤਰਖਾਣ ਕਹਿੰਦਾ ਕਿ ਠੀਕ ਹੈ ਕਿ ਕਿਲੇ 'ਚ ਵੜ ਨਹੀਂ ਸਕਦੇ, ਪਰ ਗੁਰੂ ਸਾਹਿਬ ਵੜ ਸਕਦੇ, ਤੇ ਗੁਰੂ ਸਾਹਿਬ ਦੁਰਗਮ ਨੂੰ ਵੀ ਸੁਗਮ ਕਰ ਸਕਦੇ, ਸੌਖਾ ਕਰ ਸਕਦੇ। ਅਬਲ ਬਲੀ ਕਰ ਬਲ ਨੇ ਬੁਲਾਵੈ। ਗੁਰੂ ਸਾਹਿਬ ਜੀ ਨਿਰਬਲ ਨੂੰ ਬਲੀ ਕਰ ਸਕਦੇ ਆ, ਤੇ ਬਲ ਵਾਲੇ ਨੂੰ ਨਿਰਬਲ ਕਰ ਸਕਦੇ। ਅਪਰ ਕੌਣ ਪਹੁੰਚਾ ਤਹ ਜਾਈ। ਹੇ ਭਾਈ ਬਿਧੀ ਚੰਦ ਜੀ, ਹੋਰ ਕੋਈ ਨਹੀਂ ਉਸ ਕਿਲੇ 'ਚ ਵੜ ਸਕਦਾ। ਹੋਏ ਤਸਕਰ ਲੈ ਚਲਹ ਪਲਾਈ। ਤੇ ਚੋਰ ਜਿੱਡਾ ਮਰਜ਼ੀ ਹੋਵੇ ਉਹ ਵੀ ਨਹੀਂ ਵੜ ਸਕਦਾ। ਤੁਹਾਡੇ ਤੇ ਗੁਰੂ ਦੀ ਕਿਰਪਾ ਹੈ, ਤੁਸੀਂ ਵੜ ਸਕਦੇ, ਕਰ ਸਕਦੇ ਹੋ ਕੰਮ। ਸੁਨ ਵਿਦਿਆ ਕਹਿ ਗੁਰੂ ਭਰੋਸੇ। ਭਾਈ ਜੀਵਨ ਦੀ ਗੱਲ ਸੁਣ ਕੇ ਭਾਈ ਬਿਧੀ ਚੰਦ ਜੀ ਕਹਿੰਦੇ ਕਿ ਮੈਂ ਕੁਛ ਨਹੀਂ ਕਰਨਾ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਮੇਰਾ ਕੀਆ ਕਛੂ ਨਾ ਹੋਏ, ਕਰ ਹੈ ਰਾਮ ਹੋਏ ਹੈ ਸੋਏ। ਗੁਰੂ ਦੇ ਭਰੋਸੇ ਦੇ ਕੰਮ ਹੋਵੇਗਾ, ਗੁਰੂ ਕਰੇਗਾ। ਮੈਂ ਚੱਲ ਆਇਓ ਏ ਤਕ ਕੋਸੇ। ਮੈਂ ਗੁਰੂ ਦੇ ਭਰੋਸੇ ਦੇ ਇੰਨੇ ਕੋ ਪਿੰਡਾ ਤੈਅ ਕਰਕੇ ਆਇਆ ਲਾਹੌਰ ਸ਼ਹਿਰ 'ਚ, ਤੇ ਇਹ ਭਾਈ ਜੀਵਨ ਇਹ ਕੰਮ ਗੁਰੂ ਕਿਰਪਾ ਨਾਲ ਕਰਕੇ ਹੀ ਮੁੜਾਂਗਾ। ਸਭ ਕਾਰਜ ਕਰ ਲੇਹ ਸੁਖਾਰੇ। ਗੁਰੂ ਹਰਗੋਬਿੰਦ ਸਾਹਿਬ ਸਿਰ ਤੇ ਹੱਥ ਰੱਖਣਗੇ, ਇਹ ਲਾਹੌਰ ਦੇ ਕਿਲੇ 'ਚੋਂ ਦੋਵੇਂ ਘੋੜੇ ਲੈ ਕੇ ਜਾਵਾਂਗਾ। ਕਹਾਂ ਹਰਨ ਹੈ ਸ਼ਾਹੋ ਵਿਚਾਰੇ। ਗੁਰੂ ਦੀ ਕਿਰਪਾ ਨਾਲ ਤੇ ਵੱਡੇ ਵੱਡੇ ਕੰਮ ਹੋ ਜਾਂਦੇ ਆ। ਇਹ ਬਾਦਸ਼ਾਹ ਦੇ ਘੋੜੇ ਕੱਢਣੇ ਤਾਂ ਕੋਈ ਵੱਡੀ ਗੱਲ ਨਹੀਂ ਮੇਰੇ ਵਾਸਤੇ। ਦੂਬ ਖੁਰਚ ਨਾ ਇੱਕ ਕਰ ਦੀਜੈ। ਲੋ ਭਾਈ ਜੀ, ਤੁਸੀਂ ਤਖਾਣ ਮਿਸਤਰੀ ਹੋ, ਮੇਰੇ ਵਾਸਤੇ ਇੱਕ ਰੰਬਾ, ਖੁਰਪਾ ਵੀ ਕਹਿ ਦਿੰਦੇ ਨੇ, ਤੇ ਰੰਬਾ ਵੀ ਆਪਾਂ ਪੰਜਾਬੀ 'ਚ ਰੰਬਾ ਕਹਿੰਦੇ ਆ, ਜਿਹਦੇ ਨਾਲ ਘਾਹ ਖੁਰਚੀ ਦਾ ਹੈ। ਇੱਕ ਮੈਨੂੰ ਰੰਬਾ ਖੁਰਪਾ ਤਿਆਰ ਕਰ ਦਿਓ, ਘਾਹ ਖੁਰਚਣ ਵਾਲਾ। ਪੂਰੋ ਮਨੋਰਥ ਬਾਕ ਕਹੀ ਜੈ। ਤੇ ਅਰਦਾਸ ਕਰ ਦਿਓ ਵੀ ਮੋਰਚਾ ਫਤਿਹ ਹੋਵੇਗਾ। ਕਿਉਂ ਸਿੱਖ ਕਹਿ ਦੇਵੇ ਨਾ ਤੇ ਉਹ ਕੰਮ ਫਤਿਹ ਹੋ ਜਾਂਦਾ, ਗੁਰੂ ਵੀ ਮੰਨ ਲੈਂਦਾ। ਤੁਸੀਂ ਗੁਰੂ ਦੇ ਸਿੱਖ ਹੋ, ਇੱਕ ਰੰਬਾ ਦਾਤੀ ਮੈਨੂੰ ਤਿਆਰ ਕਰਕੇ ਦੇ ਦਿਓ, ਘਾਹ ਵੱਢਣ ਵਾਸਤੇ ਦਾਤੀ ਦੇ ਦਿਓ, ਖੁਰਚਣ ਵਾਸਤੇ ਰੰਬਾ ਦੇ ਦਿਓ। ਇੱਕ ਮੈਨੂੰ ਤੰਗਲੀ ਦੇ ਦਿਓ ਘਾਹ ਬੰਨਣ ਵਾਲੀ,
ਤੇ ਅਰਦਾਸ ਮੇਰੇ ਵਾਸਤੇ ਕਰ ਦਿਓ, ਬਾਕੀ ਫਿਰ ਗੁਰੂ ਜਾਣੇ। ਹਾਂਜੀ। ਜੀਵਨ ਕਹਿਓ ਦਿਓ ਕਰ ਆਛੇ। ਭਾਈ ਸਾਹਿਬ ਜੀਵਨ ਜੀ ਕਹਿੰਦੇ ਮਹਾਰਾਜ ਸਵੇਰੇ ਹੀ ਤੁਹਾਨੂੰ ਰੰਬਾ ਤੰਗੜੀ ਸਭ ਦੇ ਦਿਆਂਗਾ। ਅਪਰ ਵਸਤ ਲੀਜੈ ਚਿਤ ਬਾਂਛੇ। ਹੋਰ ਵੀ ਕਿਸੇ ਚੀਜ਼ ਦੀ ਲੋੜ ਹੋਵੇ ਤੇ ਘਰ ਤੁਹਾਡਾ ਹੀ ਆ, ਮੇਰੇ ਘਰ ਜਦੋਂ ਵੀ ਆਓਗੇ ਮੈਂ ਹਾਜ਼ਰ ਰਵਾਂਗਾ ਸੇਵਾ ਵਿੱਚ। ਵਿਦਿਆ ਕਹੈ ਅਪਰ ਨਹਿ ਚਾਹੂ। ਭਾਈ ਬਿਧੀ ਚੰਦ ਕਹਿੰਦੇ ਨਹੀਂ ਬਸ ਇੱਕ ਰੰਬਾ ਦਾਤਰੀ ਚਾਹੀਦੀ, ਹੋਰ ਨਹੀਂ ਕੁਝ ਲੋੜ। ਬਾਂਛਤ ਹੋ ਤੋ ਕਹਿਓ ਤਵ ਪਾਹੂ। ਜਿਹੜੀ ਚੀਜ਼ ਦੀ ਲੋੜ ਹੈ ਮੰਗ ਲਈ ਹੈ, ਉਹ ਇੱਕ ਰੰਬਾ ਤੇ ਤੰਗਲੀ ਘਾਹ ਵਾਲੀ ਦੇ ਦੀ ਸਵੇਰੇ ਮੈਨੂੰ। ਇਮ ਕਹਿ ਸੁਪਤਿਓ ਸੁਖ ਕੋ ਪਾਏ। ਇਸ ਤਰ੍ਹਾਂ ਕਹਿ ਕੇ ਭਾਈ ਬਿਧੀ ਚੰਦ ਜੀ ਤੇ ਭਾਈ ਜੀਵਨ ਦੇ ਘਰ ਹੀ ਸੌਂ ਗਏ ਨੇ। ਜੀਵਨ ਲਗਿਓ ਕਰਨ ਹਰ ਖਾਏ। ਤੇ ਜੀਵਨ ਸਵੇਰੇ ਉੱਠ ਕੇ ਫਟਾਫਟ ਰੰਬਾ ਦਾਤਰੀ ਤਿਆਰ ਵੀ ਕਰ ਦਿੱਤੀ ਹੈ। ਲੈ ਆਛੇ ਲੋਹਾ ਤਿਨ ਕਰਿਓ। ਭਾਈ ਜੀਵਨ ਤਖਾਣ ਨੇ ਅੱਛਾ ਲੋਹਾ ਲੈ ਕੇ ਚੰਗੇ ਵਧੀਆ ਲੋਹੇ ਦਾ ਸਖਤ ਲੋਹੇ ਦਾ ਰੰਬਾ ਤਿਆਰ ਕੀਤਾ ਹੈ। ਦਸਤਾ ਕਾਸ਼ਟ ਕੋ ਕਰ ਜਰਿਓ। ਤੇ ਵਿੱਚ ਟਾਲੀ ਜਾਂ ਕਿੱਕਰ ਦਾ ਦਸਤਾ ਲਾਇਆ ਹੈ ਉਹਨੂੰ ਫੜਨ ਵਾਸਤੇ। ਹਾਂਜੀ। ਪ੍ਰਾਤ ਹੋਤ ਲੋ ਕਰ ਕੈ ਤਿਆਰੀ। ਸਵੇਰ ਤੱਕ ਵਧੀਆ ਚੰਗੀ ਕਿਸਮ ਦਾ ਰੰਬਾ ਚੰਡਿਆ ਹੋਇਆ ਰੰਬਾ ਤਿਆਰ ਕਰਕੇ ਦਿੱਤਾ ਹੈ। ਵਿਧੀ ਚੰਦ ਕੇ ਧਰਿਓ ਅਗਾਰੀ। ਤੇ ਰੰਬਾ ਤੇ ਨਾਲ ਦਾਤਰੀ ਤੇ ਨਾਲ ਤੰਗਲੀ ਰੱਖ ਦਿੱਤੀ ਹੈ। ਦੇਖਤ ਹਰਖਿਓ ਆਛੇ ਕਰਿਓ। ਭਾਈ ਵਿਧੀ ਚੰਦ ਰੰਬਾ ਵੇਖ ਕੇ ਤੇ ਬੜੇ ਖੁਸ਼ ਹੋਏ, ਕਹਿੰਦੇ ਬਹੁਤ ਮਿਹਨਤ ਨਾਲ ਚੰਗਾ ਬਣਾਇਆ, ਵਧੀਆ ਰੰਬਾ ਹੈ। ਸਤਨਾਮ ਕਹਿ ਕਰ ਮਹਿ ਧਰਿਓ। ਸਤਨਾਮ ਵਾਹਿਗੁਰੂ ਕਹਿ ਕੇ ਹੱਥ 'ਚ ਫੜ ਲਿਆ ਰੰਬਾ ਵਿਧੀ ਚੰਦ ਨੇ। ਹਿਤ ਬੰਧਨ ਕੇ ਲੈ ਇੱਕ ਜਾਰੀ। ਤੇ ਇੱਕ ਘਾਹ ਬੰਨਣ ਵਾਸਤੇ ਜਾਲੀ ਲੈ ਲਈ, ਪੰਡ ਬੰਨਣ ਵਾਸਤੇ। ਨਗਰ ਬਹਿਰ ਗਮਨਿਓ ਮਦ ਭਾਰੀ। ਤੇ ਸਾਧ ਸੰਗਤ ਜੀ ਏਦਾਂ ਪੱਲੀ ਤੇ ਰੰਬਾ ਲੈ ਕੇ ਤੁਰ ਪਿਆ ਭਾਈ ਘਾਹ ਲੈਣ ਵਾਸਤੇ ਵਿਧੀ ਚੰਦ ਸ਼ਹਿਰ ਤੋਂ ਬਾਹਰ। ਐ ਰਾਵਤੀ ਕੀਨ ਇਸ਼ਨਾਨਾ। ਜਾ ਕੇ ਰਾਵੀ ਨਦੀ 'ਚ ਇਸ਼ਨਾਨ ਕੀਤਾ ਹੈ। ਮੁਖ ਤੇ ਜਪਜੀ ਪਾਠ ਬਖਾਨਾ। ਔਰ ਸ੍ਰੀ ਜਪਜੀ ਸਾਹਿਬ ਦਾ ਪਾਠ ਆਪਣਾ ਨਿਤਨੇਮ ਕੀਤਾ ਹੈ। ਨਿਸਕੀ ਜਮੀ ਦੂਰ ਬਾ ਜਹਾਂ। ਜਿੱਥੇ ਰਾਤ ਦਾ ਜੰਮਿਆ ਕੂਲਾ ਕੂਲਾ ਘਾਹ ਸੀ, ਪੰਜਾਬੀ 'ਚ ਆਪਾਂ ਨੂੰ ਦੂਬੜਾ ਵੀ ਕਹਿੰਦੇ ਆ, ਉਹ ਨਿੱਕੀਆਂ ਨਿੱਕੀਆਂ ਦੂਬ ਨਿਕਲੀ ਹੋਈ, ਹਰਾ ਹਰਾ ਦੂਬੜਾ, ਉਹ ਭਾਈ ਸਾਹਿਬ ਜੀ ਲੱਗੇ ਨੇ ਕੱਟਣ। ਖੁਰਚਨ ਲਗਿਓ ਜਾਏ ਕਰ ਤਹਾਂ। ਰੰਬੇ ਦੇ ਨਾਲ ਦੂਬੜੇ ਦੀਆਂ ਤਰੇੜਾਂ ਪੱਟ ਪੱਟ ਕੇ ਖੁਰਚਦੇ ਨੇ ਉਹਨੂੰ। ਔਰ ਗੁਰ ਧਿਆਨ ਬਦਤ ਗੁਰਬਾਨੀ। ਮਨ ਵਿੱਚ ਗੁਰੂ ਦਾ ਧਿਆਨ ਹੈ, ਨਾਲ ਮੂੰਹ ਤੋਂ ਗੁਰਬਾਣੀ ਪੜ੍ਹੀ ਜਾਂਦੇ ਨੇ। ਆਪਣੇ ਸੇਵਕ ਕੀ ਆਪੇ ਰਾਖੈ, ਆਪੇ ਨਾਮ ਜਪਾਵੈ, ਜੈ ਜੈ ਕਾਜ ਕਿਰਤ ਸੇਵਕ ਕੀ, ਤਹਾਂ ਤਹਾਂ ਉਠ ਧਾਵੈ, ਸੇਵਕ ਕੋ ਨਿਕਟੀ ਹੋਏ ਦਿਖਾਵੈ। ਇਸ ਤਰ੍ਹਾਂ ਦੇ ਸ਼ਬਦ ਪੜ੍ਹਦੇ ਨੇ। ਗੁਰ ਕੋ ਹੈ ਲਖ ਸੇਵਾ ਠਾਨੀ। ਗੁਰੂ ਸਾਹਿਬ ਜੀ ਦੇ ਘੋੜੇ ਜਾਣ ਕੇ ਸੇਵਾ ਕਰਦੇ ਨੇ। ਅਦਕ ਪ੍ਰੀਤ ਤੇ ਕਰਤ ਬਟੋਰਨ। ਇਹ ਘਾਹ ਮੇਰੇ ਸਤਿਗੁਰਾਂ ਦੇ ਘੋੜਿਆਂ ਨੇ ਖਾਣਾ, ਸੱਚੇ ਪਾਤਸ਼ਾਹ ਦੇ ਘੋੜਿਆਂ ਨੇ ਖਾਣਾ। ਇਸ ਕਰਕੇ ਵਧੀਆ ਵਧੀਆ ਕਰੂੰਬਲਾਂ ਵਾਲਾ ਘਾਹ ਦੂਬੜਾ ਜਿਹੜਾ ਹਰਾ ਹਰਾ ਉਹ ਭਾਈ ਸਾਹਿਬ ਖੁਰਚਦੇ ਨੇ। ਹਰ ਤਰੁਚਰ ਕੀਨ ਸਥਿਤ ਥੋਰਨਾ। ਸਾਧ ਸੰਗਤ ਜੀ ਹਰਾ ਤੇ ਬੜਾ ਸੋਹਣਾ ਤੇ ਬੜਾ ਸਵਾਦੀ ਜਿਹੜਾ ਘੋੜਿਆਂ ਦੀ ਸਭ ਤੋਂ ਮਿੱਠੀ ਖੁਰਾਕ ਪਿਆਰੀ ਖੁਰਾਕ ਹੈ, ਉਹ ਦੂਬੜਾ ਭਾਈ ਸਾਹਿਬ ਜੀ ਦੇ ਚੰਗੀ ਤਗੜੀ ਪੰਡ ਵੱਡੀ ਖੁਰਚੀ ਭਰ ਕੇ ਸਿਰ ਤੇ ਲੈ ਕੇ ਆਏ। ਕਿਸ ਤਰ੍ਹਾਂ ਸੌਂਦੇ ਖਾਂ ਨੂੰ ਮਿਲਣ ਦੇ ਲਈ ਅਰਦਾਸ ਕੀਤੀ। ਗੁਰੂ ਸਾਹਿਬ ਨੇ ਪਹਿਲੇ ਦਿਨ ਹੀ ਸੌਂਦੇ ਖਾਂ ਨਾਲ ਟੱਕਰ ਕਰਾਤੀ। ਤੇ ਆਪ ਜੀ ਘੋੜਿਆਂ ਤੱਕ ਕਿਵੇਂ ਪਹੁੰਚੇ ਹੈ, ਉਹ ਕਥਾ ਕਵੀਰਾਜ ਭਾਈ ਸਾਹਿਬ ਸੰਤੋਖ ਸਿੰਘ ਜੀ ਅਗਲੇ ਪ੍ਰਕਰਣਾਂ ਵਿੱਚ ਵਰਣਨ ਕਰਨਗੇ। ਸਮੇਂ ਦੇ ਲਿਹਾਜ਼ ਨਾਲ ਸਮਾਪਤੀ ਹੈ। ਹੇ ਗੋਬਿੰਦ, ਹੇ